ਇਹ ਬਿਦ ਸੁਨ ਕੈ ਜਾਟ ਰੂ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵਡ ਭਾਗਾ। ਜਿਉਂ ਬੁਲਾਵੇਂ ਤਿਉਂ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਸਥਾਨ ਮਹਿਮਾਮਈ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਰਹੇ, ਯਾਤਰਾ ਕਰ ਰਹੇ। ਸੁੰਦਰ ਸਜੇ ਹੋਏ ਦਰਬਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕਰਕੇ ਗੁਰਸਿੱਖ ਵਡਭਾਗੀ ਰੂਹਾਂ, ਸਤਸੰਗੀ ਜਨ, ਆਪ ਸਭ ਜੀ ਵਡਭਾਗੀ ਹੋ ਜਿਨ੍ਹਾਂ ਬੜੇ ਪਿਆਰ ਅਦਬ ਸਤਿਕਾਰ ਸਹਿਤ ਸੱਚੇ ਪਿਤਾ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਦਾ ਪਾਵਨ ਮੁਖਵਾਕ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ। ਜਦੋਂ ਗੁਰੂ ਸ਼ਬਦ ਰੂਪੀ ਚਰਨ ਗਿਆਨ ਦੇ ਨਾਲ ਜੁੜ ਜਾਈਏ ਉਦੋਂ ਹੀ ਸਾਡਾ ਸਮਾਂ ਚੰਗਾ ਸ਼ੁਰੂ ਹੋ ਜਾਂਦਾ ਹੈ। ਸਾਡੇ ਦਿਨ ਸੁਭਾਗੇ ਹੋ ਜਾਂਦੇ ਨੇ ਜਦੋਂ ਅਸੀਂ ਗੁਰੂ ਗਿਆਨ ਚਰਨ ਨਾਲ ਜੁੜ ਜਾਂਦੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਜਦੋਂ ਆਪਣਾ ਰੱਬ ਆਪਣਾ ਲੱਗਣ ਲੱਗ ਪਏ, ਰੱਬ ਦੇ ਨਾਲ ਪਿਆਰ ਪੈਣ ਲੱਗ ਪਏ, ਰੱਬ ਦੀਆਂ ਗੱਲਾਂ ਚੰਗੀਆਂ ਲੱਗਣ, ਰੱਬ ਦੀ ਸਤ ਸੰਗਤ ਚੰਗੀ ਲੱਗਣ ਲੱਗ ਜਾਏ, ਉਦੋਂ ਸਮਝੋ ਚੰਗੇ ਦਿਨ ਆ ਗਏ ਹਨ, ਸੁਭਾਗਾ ਸਮਾਂ ਹੋ ਗਿਆ। ਆਪ ਸਾਰੇ ਗੁਰੂ ਸ਼ਬਦ ਚਰਨਾਂ ਨਾਲ ਜੁੜ ਬੈਠੇ ਹੋ। ਵਿਚਾਰ ਅਧੀਨ ਸ਼ਬਦ ਦਾ ਪਾਠ ਸਨਮਾਨਯੋਗ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਹੈਡ ਗ੍ਰੰਥੀ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਅੱਜ ਦੇ ਵਿਚਾਰ ਅਧੀਨ ਜੋ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਔਰ ਨਾਲ ਸਾਨੂੰ ਜਾਣੂ ਕਰਵਾਇਆ ਹੈ ਕਿ ਅੱਜ ਸਿੱਖ ਕੌਮ ਦਾ ਮਹਾਨ ਬਾਦਸ਼ਾਹ, ਮਹਾਨ ਸੂਰਬੀਰ ਯੋਧਾ ਜਰਨੈਲ ਬਾਬਾ ਬੰਦਾ ਸਿੰਘ ਜੀ ਦਾ ਜਨਮ ਦਿਨ ਹੈ। ਆਪ ਸਭ ਸੰਗਤਾਂ ਨੂੰ ਵਧਾਈ ਹੋਵੇ। ਸੋ ਆਓ ਆਪਾਂ ਮਨ ਬਿਰਤੀਆਂ ਸੁਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਨਾਲ ਜੁੜੀਏ। ਇੱਕੋ ਵਾਰ ਕਹਿਣ ਤੇ ਸਭ ਗੁਰਮਾਈ ਭਾਈ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹਿਲਾ ਪਹਿਲਾ। ਆਪ ਵਿਚਾਰੈ ਸੋ ਪਰਖੇ ਹੀਰਾ, ਏਕ ਦ੍ਰਿਸ਼ਟ ਤਾਰੇ ਗੁਰਪੂਰਾ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇਸ ਸ਼ਬਦ ਦੇ ਦੌਰਾਨ ਸਾਨੂੰ ਆਪਣੇ ਆਪ ਦੀ ਪਹਿਚਾਣ ਕਰਨ ਲਈ ਕਹਿ ਰਹੇ ਨੇ, ਸਵੈ ਪੜਚੋਲ ਕਰਨ ਲਈ ਕਹਿ ਰਹੇ ਨੇ। ਜਿਹਨੂੰ ਬਾਬਾ ਫਰੀਦ ਸਾਹਿਬ ਨੇ ਆਖਿਆ ਨਾ, ਫਰੀਦਾ ਆਪਨੜੈ ਗਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਆਪਣੇ ਅੰਦਰ ਝਾਤ ਮਾਰ, ਆਪਣੇ ਆਪ ਨੂੰ ਦੇਖ। ਜਦੋਂ ਤੋਂ ਸੰਸਾਰ ਬਣਿਆ, ਦੁਨੀਆ ਬਣੀ ਹੈ, ਉਦੋਂ ਤੋਂ ਮਨੁੱਖ ਨੇ ਜਿੱਥੇ ਸੰਸਾਰ ਨੂੰ ਜਾਣਿਆ, ਸੱਜਣਾ ਮਿੱਤਰਾਂ ਨੂੰ ਪਹਿਚਾਣਿਆ, ਪਰਿਵਾਰ ਨੂੰ ਪਛਾਣਿਆ, ਭੂਗੋਲ ਨੂੰ ਜਾਣਿਆ, ਖਗੋਲ ਨੂੰ ਜਾਣਿਆ, ਬਹੁਤ ਕੁਝ ਜਾਣਕਾਰੀ ਹਾਸਲ ਕੀਤੀ। ਉਹਨਾਂ ਵਿੱਚੋਂ ਬੜੀ ਵੱਡੀ ਪ੍ਰਾਪਤੀ ਹੈ ਕਿ ਇਹਨੇ ਆਪਣੇ ਆਪ ਨੂੰ ਵੀ ਜਾਣਿਆ।
ਅਗਰ ਦੁਨੀਆ ਤੇ ਆ ਕੇ ਮਨੁੱਖ ਨੇ ਆਪਣੇ ਆਪ ਨੂੰ ਨਹੀਂ ਜਾਣਿਆ ਤੇ ਕੁਝ ਵੀ ਨਹੀਂ ਜਾਣਿਆ। ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸਮਝ ਸਕਦਾ ਉਹ ਪਰਮਾਤਮਾ ਨੂੰ ਕਦੀ ਨਹੀਂ ਸਮਝ ਸਕਦਾ। ਆਪ ਵਿਚਾਰੇ ਸੋ ਪਰਖੇ ਹੀਰਾ। ਆਪਣੇ ਆਪ ਨੂੰ ਜਾਣ ਲੈਣਾ ਪਰਮਾਤਮਾ ਨੂੰ ਜਾਣ ਲੈਣਾ ਦੇ ਬਰਾਬਰ ਹੈ। ਦੁਨੀਆ ਤੇ ਆ ਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਜਾਣਿਆ, ਸਿਮਰਨ ਕਰਕੇ ਬੰਦਗੀ ਕਰਕੇ ਉਹ ਰੱਬ ਰੂਪ ਹੋ ਗਏ, ਉਹ ਨਿਰੰਕਾਰ ਦਾ ਰੂਪ ਹੋ ਗਏ। ਉਹਨਾਂ ਨੇ ਫਿਰ ਕਿਹਾ ਮੈਂ ਹੀ ਰੱਬ ਹਾਂ, ਮੈਂ ਬ੍ਰਹਮ ਹਾਂ। ਇਹ ਗੱਲ ਧਰਮੀ ਬੰਦਿਆਂ ਨੂੰ ਚੁਭੀ। ਕਿਹੜੇ ਧਰਮੀ ਬੰਦੇ? ਜਿਹੜੇ ਕਹਿੰਦੇ ਸਨ ਅਸੀਂ ਅੱਠੋਂ ਪੈਰ ਬੰਦਗੀ ਕਰਦੇ ਹਾਂ, ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ, ਭਗਤੀ ਕਰ ਰਹੇ। ਉਹ ਬੰਦੇ ਧਰਮੀ ਦੱਸਣ ਵਾਲਿਆਂ ਨੇ ਉਸ ਫਕੀਰ ਨੂੰ ਨਹੀਂ ਜਾਣਿਆ ਜਿਹੜਾ ਬੰਦਗੀ ਕਰਕੇ ਰੱਬ ਰੂਪ ਹੋ ਗਿਆ ਸੀ। ਗੁਰੂ ਬਾਕ ਹੈ ਜਿਨ ਹਰ ਸੀਵਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਜੋ ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ, ਗੁਰਬਾਣੀ ਨੂੰ ਵਿਚਾਰਦਾ ਹੈ, ਉਹ ਸਿਮਰਨ ਕਰਕੇ ਇੱਕ ਦਿਨ ਰੱਬ ਰੂਪ ਹੋ ਜਾਂਦਾ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਹੋਰ ਗੁਰਵਾਕ ਹੈ ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਿਆ ਗਵਨ ਪਾਏ ਬਿਸਰਾਮ, ਟਿਕ ਗਿਆ। ਜਿਸਨੇ ਆਪਣੇ ਆਪ ਨੂੰ ਜਾਣਿਆ ਉਹਨੇ ਆਖਿਆ ਮੈਂ ਰੱਬ ਰੂਪ ਹਾਂ, ਮੈਂ ਬ੍ਰਹਮ ਹਾਂ। ਕਦੋਂ ਆਖਿਆ? ਜਦੋਂ ਰੱਬ ਦਾ ਸਿਮਰਨ ਕਰ ਕਰਕੇ, ਨਾਮ ਜਪ ਜਪ ਕੇ ਆਪਣੀ ਹਸਤੀ ਮਿਟਾ ਲਈ, ਆਪਣੇ ਆਪ ਨੂੰ ਜ਼ੀਰੋ ਕਰ ਦਿੱਤਾ। ਤੋ ਜਿਹੜੇ ਧਰਮੀ ਬੰਦੇ ਸੀ, ਹੁਣ ਧਰਮੀ ਬੰਦੇ ਦੀ ਪਰੇਸ਼ਾਨੀ ਉਹਦੇ ਕੋਲ ਬਰਦਾਸ਼ਤ ਦਾ ਮਾਦਾ ਨਹੀਂ ਹੁੰਦਾ। ਹੁਣ ਉਹਨਾਂ ਦੇ ਅੱਗੇ ਮਜਬੂਰੀ ਸੀ, ਐਸੇ ਫਕੀਰ ਨੂੰ ਜਾਣਨਾ ਉਹਨਾਂ ਲਈ ਬਹੁਤ ਔਖਾ ਸੀ, ਬਹੁਤ ਔਖਾ। ਜਿਹੜਾ ਬੰਦਗੀ ਕਰ ਕਰਕੇ, ਸ਼ਬਦ ਪੜ੍ਹ ਕੇ ਆਪਣੇ ਆਪ ਨੂੰ ਮਿਟਾ ਕੇ ਰੱਬ ਰੂਪ ਹੋ ਗਿਆ, ਉਹਨੂੰ ਜਾਣਨਾ ਬਹੁਤ ਔਖਾ ਹੈ। ਐਸਾ ਨਹੀਂ ਵੀ ਕੋਈ ਨਹੀਂ ਜਾਣ ਸਕਦਾ, ਹਰ ਬੰਦਾ ਉਸ ਫਕੀਰ ਨੂੰ ਜਾਣ ਸਕਦਾ ਹੈ, ਪਰ ਧਰਮੀ ਬੰਦਾ ਨਹੀਂ ਜਾਣ ਸਕਦਾ। ਕਾਰਨ ਧਰਮੀ ਬੰਦਾ ਰੱਬ ਤੋਂ ਵੱਖ ਹੁੰਦਾ ਹੈ, ਕੋਲ ਰਹਿੰਦਾ ਹੈ, ਦਿਖਾਵਾ ਪ੍ਰਗਟ ਕਰਦਾ ਹੈ, ਅੰਦਰੋਂ ਬਹੁਤ ਦੂਰ ਟੁੱਟਿਆ ਹੋਇਆ। ਮੈਨੂੰ ਕਹਿਣ ਦੇਣਾ, ਨਾਸਤਿਕ ਬੰਦਾ ਵੀ ਰੱਬ ਨੂੰ, ਫਕੀਰ ਨੂੰ ਜਾਣ ਸਕਦਾ ਹੈ। ਦੋ ਬੰਦੇ ਰੱਬ ਨੂੰ ਜਾਣ ਸਕਦੇ ਨੇ, ਜਾਂ ਤਾਂ ਉਹ ਜਿਹਨੂੰ ਕੁਝ ਵੀ ਨਹੀਂ ਪਤਾ, ਅਨਪੜ੍ਹ ਨੂੰ ਪੜ੍ਹਾਉਣਾ ਸਿਖਾਉਣਾ ਬੜਾ ਸੌਖਾ ਹੈ, ਤੇ ਜਾਂ ਫਿਰ ਇੱਕ ਉਹ ਬੰਦਾ ਜਿਹੜਾ ਗਿਆਨ ਤੋਂ ਬਿਲਕੁਲ ਅੱਗੇ ਲੰਘ ਗਿਆ, ਰੱਬ ਰੂਪ ਹੋ ਗਿਆ, ਉਹਨੂੰ ਦਰਸਾਉਣਾ ਜਨਾਉਣਾ ਬਹੁਤ ਸੌਖਾ ਹੈ। ਵਿਚਲਾ ਜਿਹੜਾ ਤਬਕਾ ਪੜ੍ਹਿਆ ਲਿਖਿਆ, ਇਹਨੂੰ ਪੜ੍ਹਾਉਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਇਹੀ ਕਾਰਨ ਕਿ ਜਦੋਂ ਇੱਕ ਫਕੀਰ ਨੇ ਰੱਬ ਨੂੰ ਜਾਣ ਕੇ ਆਖਿਆ ਅਨਲ ਹਕ, ਮੈਂ ਰੱਬ ਹਾਂ, ਉਦੋਂ ਪੜ੍ਹੇ ਲਿਖਿਆ ਨੇ ਉਹਨੂੰ ਮੌਤ ਦੀ ਸਜ਼ਾ ਸੁਣਾਈ। ਪੜ੍ਹੇ ਲਿਖੇ ਇਹੀ ਕਰਦੇ ਨੇ, ਮੌਤ ਦੀ ਸਜ਼ਾ ਸੁਣਾਉਂਦੇ ਨੇ। ਹੁਣ ਤੁਸੀਂ ਦੇਖੋ, ਨਾਸਤਕ ਹੈ, ਕੌਡਾ ਰਾਖਸ਼ਸ, ਟੁੱਟਿਆ ਹੋਇਆ, ਭੂਮੀਆਂ ਚੋਰ। ਇੱਕੋ ਹੀ ਵਾਰ ਬਾਬੇ ਨਾਨਕ ਨੇ ਉਪਦੇਸ਼ ਕੀਤਾ, ਸੌਖਾ ਹੀ ਸਮਝ ਗਿਆ ਤੇ ਜੀਵਨ ਬਦਲ ਗਿਆ। ਪਰ ਸਿੱਧ ਪੜ੍ਹੇ ਲਿਖੇ ਹੋਏ ਸਨ, ਵਿਦਵਾਨ ਸਨ, ਧਰਮੀ ਹੋਣ ਦਾ ਦਾਅਵਾ ਕਰਦੇ ਸੀ,
ਬਾਬੇ ਨਾਨਕ ਨੂੰ ਬੜੀ ਮਿਹਨਤ ਕਰਨੀ ਪਈ, ਕਈ ਮੀਟਿੰਗਾਂ ਲੈਣੀਆਂ ਪਈਆਂ, ਕਈ ਕਲਾਸਾਂ ਲਈਆਂ, ਬੜਾ ਔਖਾ ਸਮਝੇ। ਮੈਨੂੰ ਫਿਰ ਕਹਿਣ ਦੇਣਾ, ਜਿਸਨੇ ਬੰਦਗੀ ਕਰ ਕਰਕੇ ਸ਼ਬਦ ਪੜ੍ਹ ਕੇ ਆਪਣੇ ਆਪ ਨੂੰ ਖਤਮ ਹੀ ਕਰ ਦਿੱਤਾ, ਤਾਂ ਪਿੱਛੇ ਕੀ ਬਚਿਆ? ਜੋ ਪਿੱਛੇ ਬਚਿਆ ਉਹ ਪਰਮੇਸ਼ਰ ਹੀ ਹੈ। ਫਿਰ ਮਨਸੂਰ ਦਾ ਉਸਤਾਦ ਸੀ, ਗੁਰੂ ਸੀ ਜੁਨੈਦ ਫਕੀਰ। ਜੁਨੈਦ ਫਕੀਰ ਕਹਿੰਦਾ ਸੀ ਹਮਾ ਉਸ ਤੇ ਰੱਬ ਸਭ ਕੁਝ ਹੈ, ਤੇ ਉਸ ਦਾ ਚੇਲਾ ਮਨਸੂਰ ਕਹਿੰਦਾ ਸੀ ਅਨਲ ਹਕ, ਮੈਂ ਰੱਬ ਹਾਂ। ਹੁਣ ਰੱਬ ਸਭ ਕੁਝ ਹੈ, ਮੈਂ ਕੁਝ ਵੀ ਨਹੀਂ, ਇਹਦੇ ਲਈ ਪ੍ਰਮਾਣ ਦੇਣ ਦੀ ਲੋੜ ਨਹੀਂ। ਪਰ ਕੋਈ ਇੱਥੋਂ ਤੱਕ ਪਹੁੰਚ ਜਾਏ ਕਿ ਮੈਂ ਹੀ ਰੱਬ ਹਾਂ, ਫਿਰ ਪ੍ਰਮਾਣ ਦੇਣਾ ਪਏਗਾ। ਸੱਚ ਨੂੰ ਪ੍ਰਮਾਣ ਦੀ ਲੋੜ ਹੈ। ਤੋ ਜਿਹੜੇ ਧਰਮੀ ਸਨ ਉਹ ਕਹਿੰਦੇ ਪ੍ਰਮਾਣ ਦੇ, ਕਹਿੰਦਾ ਜੋ ਲੈਣਾ ਲਓ, ਮੈਂ ਤਿਆਰ ਹਾਂ। ਉਹ ਜੁਨੈਦ ਫਕੀਰ ਦੇ ਕੋਲ ਗਏ, ਕਹਿਣ ਲੱਗੇ ਤੇਰਾ ਸ਼ਿਸ਼ ਹੈ, ਤੇਰਾ ਸਿੱਖ ਹੈ, ਤੇਰਾ ਚੇਲਾ ਹੈ, ਤੇਰੇ ਪੁੱਤਾਂ ਵਰਗਾ ਹੈ, ਤੇ ਸੱਚ ਦਾ ਪ੍ਰਮਾਣ ਦੇਣਾ ਤੇ ਉਹਨੂੰ ਮੌਤ ਦੀ ਬਾਜ਼ੀ ਲਾਣੀ ਪਏਗੀ। ਉਹਦੀ ਮੌਤ ਦੇ ਵਾਰੰਟਾਂ ਤੇ ਸਿਗਨੇਚਰ ਦਸਤਖਤ ਤੂੰ ਕਰ, ਤੇਰਾ ਚੇਲਾ ਹੈ। ਜੁਨੈਦ ਫਕੀਰ ਕਹਿਣ ਲੱਗਾ ਵੀ ਮੇਰੇ ਪੁੱਤਾਂ ਵਰਗਾ ਉਹਦੀ ਮੌਤ ਦੇ ਪ੍ਰਮਾਣ ਤੇ ਮੈਂ ਕਿੱਦਾਂ ਸਾਈਨ ਕਰਾਂ? ਕਹਿੰਦੇ ਫਿਰ ਉਹਨੂੰ ਸਮਝਾ। ਜੁਨੈਦ ਫਕੀਰ ਕਹਿਣ ਲੱਗਾ ਇਹ ਵੀ ਸੱਚ ਹੈ ਜੋ ਮੈਂ ਕਹਿ ਰਿਹਾ, ਹਮਾ ਉਸ ਤੋਂ ਰੱਬ ਸਭ ਕੁਛ ਹੈ, ਮੈਂ ਕੁਝ ਵੀ ਨਹੀਂ। ਪਰ ਜੋ ਮਨਸੂਰ ਕਹਿੰਦਾ ਅਨਲ ਹਕ, ਮੈਂ ਰੱਬ ਹਾਂ, ਉਹ ਵੀ ਸੱਚ ਕਹਿ ਰਿਹਾ, ਕਿਉਂਕਿ ਉਹ ਪਹੁੰਚ ਹੀ ਉੱਥੋਂ ਤੱਕ ਗਿਆ ਕਿ ਜਦੋਂ ਮਨਸੂਰ ਮਰ ਗਿਆ ਫੇਰ ਹੀ ਰੱਬ ਪੈਦਾ ਹੋਇਆ। ਮੈਂ ਬੇਨਤੀ ਕਰਾਂ, ਐਵੇਂ ਨਹੀਂ ਬਾਬੇ ਨੇ ਕਿਹਾ ਹਾਂ ਆਪੋਂ ਬੋਲਣਾ ਜਾਣਦਾ। ਜਦੋਂ ਨਾਨਕ ਦੀ ਜਿਹੜੀ ਕਾਇਆ ਵਜੂਦੇ ਹਸਤੀ ਮਿਟ ਗਈ, ਉਦੋਂ ਬਾਣੀ ਸ਼ੁਰੂ ਹੋਈ, ਉਦੋਂ ਰੱਬ ਬੋਲਿਆ। ਜਦੋਂ ਮੈਂ ਚੁੱਪ ਹੋ ਜਾਏਗੀ, ਉਦੋਂ ਤੂੰ ਦਾ ਜਨਮ ਹੈ। ਸੰਸਾਰ ਦੇ ਵਿੱਚ ਪਰਮਾਤਮਾ ਨੇ ਦੋ ਧਾਰਨਾਵਾਂ ਚਲਾਈਆਂ, ਸਰਗੁਣ ਤੇ ਨਿਰਗੁਣ ਧੀਆ। ਇੰਜ ਕਹਿ ਲਓ ਦੋ ਪਾਸੇ ਨੇ, ਇੱਕ ਪਾਸੇ ਲਿਖਿਆ ਹੋਇਆ ਮੈਂ, ਦੂਜੇ ਪਾਸੇ ਲਿਖਿਆ ਹੋਇਆ ਤੂੰ। ਹੁਣ ਇਹ ਦੋਨੋਂ ਇਕੱਠੇ ਨਜ਼ਰ ਕਦੀ ਵੀ ਨਹੀਂ ਆ ਸਕਦੇ। ਜਾਂ ਤੇ ਮੈਂ ਨੂੰ ਵੇਖੋਗੇ ਤੇ ਤੂੰ ਨਜ਼ਰ ਨਹੀਂ ਆਣਾ, ਜੇ ਤੂੰ ਨੂੰ ਵੇਖੋਗੇ ਤੇ ਮੈਂ ਨਜ਼ਰ ਨਹੀਂ ਆਏਗਾ। ਬਸ ਇਸੇ ਕਰਕੇ ਰੱਬ ਤੱਕ ਪਹੁੰਚਣਾ ਔਖਾ। ਬੰਦਾ ਜਿਹੜਾ ਹੈ ਇਸ ਸੰਸਾਰ 'ਚ ਮੈਂ ਕਰਦਾ ਹੈ, ਮੈਂ ਨੂੰ ਨਹੀਂ ਮਿਟਾਉਂਦਾ ਪਿਆ। ਮਹਾਰਾਜ ਕਹਿਣ ਲੱਗੇ ਬੰਦਿਆ ਆਪਣੇ ਆਪ ਦੀ ਵਿਚਾਰ ਕਰ। ਮੈਂ ਫਿਰ ਬੇਨਤੀ ਕਰਾਂ, ਇੱਕ ਡਾਕਟਰ ਦੀ ਗੱਲ ਡਾਕਟਰ ਸੌਖੀ ਸਮਝ ਜਾਂਦਾ ਹੈ, ਇੱਕ ਵਪਾਰੀ ਦੀ ਗੱਲ ਵਪਾਰੀ ਸੌਖੀ ਸਮਝ ਜਾਂਦਾ ਹੈ, ਇੱਕ ਕਿਸਾਨ ਦੀ ਗੱਲ ਕਿਸਾਨ ਸੌਖੀ ਸਮਝ ਸਕਦਾ ਹੈ, ਇੱਕ ਚੋਰ ਦਾ ਇਸ਼ਾਰਾ ਚੋਰ ਸੌਖਾ ਸਮਝ ਜਾਂਦਾ ਹੈ, ਇੱਕ ਟੀਚਰ ਦੀ ਗੱਲ ਟੀਚਰ ਸੌਖਾ ਸਮਝ ਜਾਂਦਾ ਜੇ, ਇੱਕ ਸੰਤ ਦੀ ਗੱਲ ਸੰਤ ਹੀ ਸਮਝ ਸਕਦਾ ਹੈ, ਰੱਬ ਦੀ ਗੱਲ ਤੇ ਰੱਬ ਦਾ ਭਗਤ ਹੀ ਸਮਝ ਸਕਦਾ, ਹਰ ਇੱਕ ਦੇ ਸਮਝ ਨਹੀਂ ਆਉਂਦੀ। ਇਸੇ ਕਰਕੇ ਆਖਿਆ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੀ, ਆਪ ਵਿਚਾਰੇ ਸੋ ਪਰਖੇ ਹੀਰਾ। ਹੁਣ ਸੰਸਾਰ ਸਾਰਾ ਹਉਮੈ ਤੇ ਖੜਾ, ਮੈਂ ਤੇ ਹਉਮੈ ਸੰਸਾਰ ਦੂਜਾ ਪੱਖ ਹੈ। ਹਉਮੈ ਖਤਮ ਹੋ ਗਈ ਤੇ ਸੰਸਾਰ ਖਤਮ ਹੋ ਗਿਆ, ਫਿਰ ਪਿੱਛੇ ਜੋ ਬਚਿਆ ਉਹ ਰੱਬ ਹੀ ਹੈ, ਉਹ ਪਰਮੇਸ਼ਰ ਹੀ ਹੈ, ਉਹ ਅਕਾਲ ਪੁਰਖ ਹੈ, ਫਿਰ ਦੂਜਾ ਕੋਈ ਰਹਿ ਨਹੀਂ ਜਾਂਦਾ। ਦੁਨੀਆ ਦੇ ਵਿੱਚ ਤਿੰਨ ਅਵਸਥਾਵਾਂ ਨੇ, ਇੱਕ ਮਨ ਹੈ, ਇੱਕ ਤਨ ਹੈ, ਇੱਕ ਆਤਮਾ। ਇਹ ਕੰਮ ਕਰ ਰਹੇ ਨੇ। ਜਿਹਨੇ ਤਨ ਨੂੰ ਜਾਣਿਆ ਉਹਨੂੰ ਵੈਦ ਕਹਿੰਦੇ ਨੇ, ਜਿਹਨੇ ਮਨ ਨੂੰ ਜਾਣਿਆ ਉਹਨੂੰ ਮਨੀਸ਼ ਕਹਿੰਦੇ ਨੇ, ਜਿਹਨੇ ਆਤਮਾ ਨੂੰ ਜਾਣਿਆ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ।
महाराज कहते तू अपने आप को विचार भी तू है कौन। मान लो मैं पूछा भी तुसी कौन कौन बैठे हो, तो अपना ना ही दसांगे नहीं मैं फलाना सो बैठा। मैनू पूछो भी मैं कौन है, मेरा भी एक नाम अमरीक सिंह है, मेरा फादर नेम पूछोगे जोगिंदर सिंह है। तो ये तो एक शरीर का नाम है। हुण शरीर ते देखो तुसी आ उपर सिर ते कपड़ा बनिया, इहदा नाम पग है। सज्जे हत्थ च पाया होया लोहे का इनू कड़ा, इहदा भी नाम है। साडी बॉडी दे एक एक पार्ट दे नाम ने। मेरियां अखां, मेरा मत्था, मेरा सिर, मेरे हत्थ, मेरियां बाहां, मेरियां उंगलां, मेरा हार्ट, मेरी किडनी। तुसी देखो एक एक रोम दे नाम ने, हर एक चीज दे पार्ट दे नाम ने। फिर मैं कौन हाँ? बस आ जिहड़ा मैं है ना विच, इनू ही तो पछाणना, इनू ही तो पढ़ना है। बाबा बुल्ले शाह कहते आसमानी उड़दी हर शै पकड़े, जिहड़ा अंदर बैठा इनू कदे पढ़िया ही नहीं। पढ़िया लख हज़ार किताबां, कदे नफ्स अपने नू पढ़िया ही नहीं। भर भज मंदिर मसीती वड़दा, कदे अंदर अपने तो वड़िया ही नहीं। मैं कौन हाँ? फिर ध्यान देना, बंदे दा तन कदी नहीं मरदा, तन अमर है। आत्मा कदी नहीं मरदी, आत्मा अमर है। मन ही मरदा है, मन ही जिउंदा है, मन ने ही मुक्त होना है। अगे चदा महाराज कहन लगे बंदिया, ये जिहड़ा अंदर वसदा है ना, जिन्हों आख्या मन तू जोत स्वरूप है अपना मूल पछाण। बाबा जी कहन लगे इस अपने अंदर नू पछाण, अपने आप की पछाण कर, मैं कौन हाँ। तो बंदा इस मैं दे विच हुण अपने आप नू जनाना, ये हौमे है, ये संसार है। अपने आप नू खत्म कर देना, फिर तू है। जब हम होते तब तू नाही, ते जदों मैं मिट गई, मैनू खत्म कर लिया, उदों फिर तू दा जन्म है, उदों ही तो फिर तू है। हुण इस मैं नू मारना बड़ा औखा। कई बार बंदा संसार विच इस मैं दे नशे विच परिवार नू कह दिंदा है, मैं तुहानू रोटी दिना है, मैं तुहानू कपड़े दिना है, मैं तुहाडी दवाई का प्रबंध करदा है, मैं तुहानू घर लैके दिता, मैं तुहानू गड्डियां लैके दित्तियां, मैं तुहाडी हर खुशी का प्रबंध करदा है, मैं समय तो पहलां करदा है। ते मैं दे नशे विच इन्ना कु भुल जांदा है, ते कई बार कहंदा जे मैं ना होवां तो तुहानू रोटी ना मिले। और यह भुल है, यह गलत गल है। क्यों? तुसी देखो जिहड़े अनाथ हो जाते, बेसहारा हो जाते, रब रोटी उन्होंने भी दिंदा। रोटी अनकंडीशनल हर एक लई रब दिंदा है। तो इस हिसाब दे नाल जिहड़ा सिमरन करदा है, बंदगी करदा है, वो तू करदा, बंदगी करदा करदा इतना उस तू दे नशे च बेहोश हो जाता है, वो अपनी मैं नू खत्म कर लेंदा, केवल तू ही रह जाता है। बस ओनू ही परखना है, ओनू ही पकड़ना है, वही रब है। आप विचारे सो परखे हीरा। गुरु नानक साहब भाई मरदाना जी की साखी हीरे वाली, सालसराय जौहरी वाली तुसी गाए सुनी है। मैं बस तुहाडा ध्यान ही दिवाउणा है। भाई मरदाना जी ने जदों देखो जिहदे कोल हीरा है, तो हीरा लैके कोई कपड़े की दुकान पर थोड़ी जाएगा, मेडिकल से थोड़ी जाएगा, हलवाई की दुकान पर जाएगा, वो जौहरी की दुकान पर जाएगा। हीरा है ना। जदों जौहरी कोल गया तो उन्हें बहुत सारी माया रख के मत्था टेक दिता। भाई मरदाना कहन लगा सालसराय मैं तो बड़िया को लैके गया, किसी ने यदा मुल ही नहीं पाया, तू इन्ने पैसे रख दिते। सालसराय कहंदा साधु जी ये बहुत कीमती हीरा है। तो भाई मरदाना जी ने पता की आख्या, कहंदे लै इहो जिहे हीरे तो मेरे गुरु के चरणों च कई पए ने।
ਸਾਲਸਰਾਏ ਕਹਿੰਦਾ ਜੇ ਕਈ ਪਏ ਤੇ ਚੱਲ ਫਿਰ ਤੇਰੇ ਗੁਰੂ ਦੇ ਦਰਸ਼ਨ ਕਰੀਏ। ਪਰ ਸਾਡੇ 'ਚ ਤਾਂ ਸਾਲਸਰਾਏ 'ਚ ਇਹੀ ਫਰਕ ਹੈ, ਉਹ ਤੁਰ ਪਿਆ ਸੀ, ਆਪਾਂ ਅਜੇ ਉੱਥੇ ਹੀ ਖੜੇ ਜਿੱਥੇ 50 ਸਾਲ ਪਹਿਲਾਂ ਖੜੇ। ਆਪਾਂ ਤੁਰਦੇ ਨਹੀਂ, ਤੇ ਮੰਜ਼ਿਲ ਤੇ ਉਹ ਪਹੁੰਚਦਾ ਜਿਹੜਾ ਤੁਰਦਾ ਹੈ। ਦਰਸ਼ਨ ਕੀਤੇ ਮਹਾਰਾਜ ਦੇ ਕੋਲ ਆ ਕੇ, ਤੇ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਕਹਿੰਦੇ ਮਹਾਰਾਜ ਇਹਨੇ ਤੇ ਬੜਾ ਮੁੱਲ ਪਾਇਆ ਹੀਰੇ ਦਾ। ਤੇ ਹੁਣ ਸਾਲਸਰਾਏ ਕੀ ਕਹਿੰਦਾ, ਮਹਾਰਾਜ ਮੈਂ ਕੋਈ ਐਰਾ ਗੈਰਾ ਬੰਦਾ ਥੋੜੀ ਆ, ਹੀਰਿਆਂ ਦਾ ਕੰਮ ਆ, ਰੋਜ਼ ਪਰਖੀਦੇ, ਮੈਂ ਪਾਰਖੂ ਐ। ਬਾਬਾ ਜੀ ਨੇ ਆਖਿਆ, ਕਹਿਣ ਲੱਗੇ ਸਾਲਸਰਾਏ ਗੱਲ ਤਾਂ ਤੇਰੀ ਸਹੀ ਹੈ, ਗੱਲ ਤਾਂ ਪਰਖ ਤੇ ਨਾ ਪਰਖਦੀ ਹੈ। ਜੇ ਪਾਰਖੂ ਹੈ ਤੇ ਸਭ ਕੁਛ ਹੈ, ਜੇ ਪਰਖ ਨਹੀਂ ਤੇ ਫਿਰ ਕੁਛ ਵੀ ਨਹੀਂ। ਬਾਬਾ ਜੀ ਕਹਿੰਦੇ ਹਰ ਹੀਰਾ ਜਨ ਜੌਹਰੀ, ਰੱਬ ਦਾ ਨਾਮ ਹੀਰਾ ਹੈ, ਤੇ ਜਿਹੜਾ ਸਿੱਖ ਹੈ ਜੌਹਰੀ ਬਣ ਜਾਏ। ਹਰ ਹੀਰਾ ਜਨ ਜੌਹਰੀ ਲੈ ਕੇ ਮੰਡੇ ਹਾਟ, ਤੇ ਜਿਹੜਾ ਜੌਹਰੀ ਹੈ ਨਾ ਉਹ ਪਹਿਲਾਂ ਹੀਰਾ ਲੈਂਦਾ ਹੈ, ਪਰਖਦਾ ਹੈ, ਕਸਵੱਟੀ ਤੇ ਲਾਉਂਦਾ ਹੈ, ਫਿਰ ਮੁੱਲ ਪਾਉਂਦਾ। ਲੈ ਕੇ ਮੰਡੇ ਹਾਟ, ਫਿਰ ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਟ। ਜਦੋਂ ਪਰਖ ਕਰਦਾ ਹੈ, ਪਛਾਣ ਕਰਦਾ, ਫਿਰ ਹੀਰੇ ਦੇ ਵੱਟੇ ਹੀਰਾ ਵਟਾਉਂਦਾ। ਵੱਟਾ ਸੱਟਾ ਕਰਦੇ ਕਿ ਨਹੀਂ, ਫਿਰ ਵਟਾਉਂਦਾ ਹੈ। ਹੁਣ ਬਾਬਾ ਨਾਨਕ ਜੀ ਨੇ ਆਖਿਆ, ਕਹਿੰਦੇ ਸਾਲਸਰਾਏ ਸੱਚ ਹੈ ਵੀ ਤੂੰ ਪਾਰਖੂ ਹੈ। ਉਹ ਸਾਲਸਰਾਏ ਪਰਖੇ ਤਾਂ ਪੱਥਰ ਹੀ ਹੈ, ਆਖਰ ਹੀਰਾ ਤੇ ਪੱਥਰ ਹੀ ਹੈ ਨਾ, ਇੱਕ ਅਸਲੀ ਹੈ ਪਰ ਹੈ ਤੇ ਪੱਥਰ ਹੀ। ਸਾਲਸਰਾਏ ਇੱਕ ਹੀਰਾ ਤੇਰੇ ਕੋਲ ਹੋਰ ਹੈ, ਇੱਕ ਹੀਰਾ ਤੇਰੇ ਕੋਲ ਹੋਰ ਹੈ। ਹੀਰਾ ਲਾਲ ਅਮੋਲਕ ਹੈ ਭਾਰੀ, ਹੀਰਾ ਬਹੁਤ ਕੀਮਤੀ ਹੈ। ਬਿਨ ਗਾਹਕ ਮੀਕਾ ਕਾਖਾ, ਪਰ ਜੇ ਉਹਦਾ ਗਾਹਕ ਹੀ ਨਹੀਂ, ਉਹਦਾ ਗਾਹਕ ਹੀ ਨਹੀਂ ਕੋਈ, ਤੇ ਕੱਖਾਂ ਦੇ ਮੁੱਲ ਵਿਕਦਾ ਹੈ। ਪਰ ਕਹਿਣ ਲੱਗੇ ਜਦੋਂ ਰਤਨ ਗਾਹਕ ਗੁਰ ਸਾਧੂ ਦੇਖਿਓ, ਜਦੋਂ ਉਸ ਹੀਰੇ ਦਾ ਗਾਹਕ ਗੁਰੂ ਮਿਲ ਗਿਆ, ਤਬ ਰਤਨ ਬਿਕਾਨੋ ਲਾਖਾ। ਭਗਤ ਕਬੀਰ ਸਾਹਿਬ ਕਹਿਣ ਲੱਗੇ ਹਰਸੋ ਹੀਰਾ ਛਾੜ ਕੇ, ਇੱਕ ਵਾਰ ਟਿਕਾ ਬਖਸ਼ੋ, ਆਖੋ ਸਤਨਾਮ ਸ਼੍ਰੀ। ਹਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ। ਰੱਬ ਦਾ ਨਾਮ ਹੈ ਹੀਰਾ, ਤੂੰ ਜੌਹਰੀ ਬਣਨਾ ਸੀ, ਵਪਾਰ ਕਰਨਾ ਸੀ, ਹਰ ਕੇ ਨਾਮ ਕੇ ਵਿਆਪਾਰੀ। ਹੀਰਾ ਹਾਥ ਚੜਿਆ ਨਿਰਮੋਲਕ, ਜਿੱਦਨ ਤੇਰੇ ਹੱਥ ਤੇ ਪਰਮਾਤਮਾ ਦਾ ਕੀਮਤੀ ਨਾਮ ਚੜ ਗਿਆ, ਉਸ ਦਿਨ ਸੰਸਾਰੀ ਛੁੱਟ ਜਾਏਗੀ। ਛੁੱਟ ਗਈ ਸੰਸਾਰੀ। ਹਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ। ਹੁਣ ਅੱਗੇ ਕੀ ਆਖਿਆ, ਤੇ ਨਰ ਜੋਜਕ ਜਾਏਂਗੇ। ਕਹਿਣ ਲੱਗੇ ਫਿਰ ਦੋਜਕ ਦੀ ਅੱਗ 'ਚ ਪੈਣਗੇ। ਸਤ ਭਾਖੈ ਰਵਿਦਾਸ, ਇਹ ਸੱਚ ਹੈ, ਰੋ ਵਿਚਾਰੋ। ਤਾਂ ਮਹਾਰਾਜ ਕਹਿਣ ਲੱਗੇ ਬੰਦਿਆ, ਹੀਰੇ ਵਰਗਾ ਤੇਰੇ ਕੋਲ ਜਨਮ ਹੈ, ਇਹਦੇ ਵਿੱਚ ਕੀਮਤੀ ਪ੍ਰਮਾਤਮਾ ਦਾ ਨਾਮ ਹੀਰਾ, ਇਹਦੀ ਪਛਾਣ ਕਰ। ਅੱਜ ਬਾਬਾ ਬੰਦਾ ਸਿੰਘ ਜੀ ਦਾ ਜਨਮ ਦਿਨ ਹੈ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਕੌਮ ਦਾ ਪਹਿਲਾ ਬਾਦਸ਼ਾਹ, ਜਿਹਨੇ ਸਾਨੂੰ ਜ਼ਿਮੀਂਦਾਰ ਬਣਾਇਆ, ਜਿਹਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਉਹ ਸਿੱਖੋ, ਸਾਨੂੰ ਕਦੇ ਨਾ ਜ਼ਮੀਨਾਂ ਤੇ ਪੈਰ ਰੱਖਣ ਦਾ ਆਗਿਆ ਨਹੀਂ ਸੀ ਹੁੰਦੀ। ਬਾਬਾ ਬੰਦਾ ਸਿੰਘ ਉਹ ਰਾਜਾ, ਉਹ ਜਰਨੈਲ, ਜਿਹਨੇ ਸਾਨੂੰ ਜ਼ਮੀਨਾਂ ਦੇ ਹੱਕ ਦਿਵਾਏ, ਅਸੀਂ ਜ਼ਿਮੀਂਦਾਰ ਬਣੇ। ਅੱਜ ਪਤਾ ਨਹੀਂ ਕਿਹੋ ਜੀ ਹਵਾ ਚੱਲੀ, ਜਿਹਦੇ ਕੋਈ 2-4 ਕਿੱਲੇ ਵੇਚ ਕੇ ਸੋਚਦਾ ਵੀ ਬਾਹਰ ਨਿਕਲ ਜਾ। ਸਿੱਖੋ, ਜੇ ਜ਼ਮੀਨਾਂ ਨਾ ਸੰਭਾਲੀਆਂ ਨਾ, ਤੇ ਕਦੇ ਸਾਨੂੰ ਪੈਰ ਰੱਖਣ ਜੋਗੀ ਮੁੱਲ ਨਹੀਂ ਜੇ ਮਿਲਣੀ। ਜਿਹੜੇ ਲਈ ਜਾਂਦੇ ਉਹਨਾਂ ਦੇਣੀਆਂ ਨਹੀਂ ਵਾਪਸ। ਸਾਡੇ ਬਜ਼ੁਰਗ ਬੜੇ ਇਸ ਗੱਲ ਤੇ ਪੱਕੇ ਪਹਿਰੇਦਾਰ ਹੁੰਦੇ ਸੀ ਵੀ ਭਾਵੇਂ ਤਨ ਵਿਕ ਜੇ, ਜ਼ਮੀਨ ਨਹੀਂ ਵੇਚਣੀ। ਰੋ ਵਿਚਾਰ, ਇਹ ਬਾਬਾ ਬੰਦਾ ਸਿੰਘ ਨੇ ਸਾਨੂੰ ਹੱਕ ਦਿਵਾਏ। 1670 ਅਕਤੂਬਰ ਦੇ ਮਹੀਨੇ ਪਿਤਾ ਰਾਮਦੇਵ ਦੇ ਘਰ ਜੰਮੂ ਪੁੰਛ ਦੇ ਵਿੱਚ ਉਹਨਾਂ ਦਾ ਜਨਮ। ਲਛਮਣ ਦਾਸ, ਇਸੇ ਤਰ੍ਹਾਂ ਲਛਮਣ ਦੇਵ, ਮਾਧੋ ਦਾਸ, ਕਈ ਨਾਮ ਗੁਰੂ ਬਦਲੇ। ਆਪਣੇ ਆਪ ਦੀ ਪਰਖ ਨਹੀਂ ਸੀ। ਆਹ ਗੋਦਾਵਰੀ ਦੇ ਕੰਢੇ ਤੇ ਜਾ ਕੇ ਡੇਰਾ ਬਣਾ ਕੇ ਬੈਠਾ ਸੀ, ਤੰਤਰ ਮੰਤਰ ਕਰਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਪਹੁੰਚੇ।
ਹੁਣ ਜਦੋਂ ਤੱਕ ਆਪਣੀ ਪਰਖ ਨਹੀਂ ਸੀ ਉਦੋਂ ਤੱਕ ਕੌਤਕ ਤਮਾਸ਼ੇ ਕਰਦਾ ਸੀ, ਲੋਕਾਂ ਦੀਆਂ ਮਜ਼ਾਕਾਂ ਹਾਸੀਆਂ ਉਡਾਉਂਦਾ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਗੋਦਾਵਰੀ ਦੇ ਕੰਢੇ ਗਏ ਤੇ ਬਹਾਦਰ ਸ਼ਾਹ ਨੇ ਨਗੀਨਾ ਭੇਟ ਕੀਤਾ, ਮਹਾਰਾਜ ਨੇ ਚੁੱਕ ਕੇ ਗੋਦਾਵਰੀ 'ਚ ਰੋੜਤਾ। ਬਹਾਦਰ ਸ਼ਾਹ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਹੌਕਾ ਨਿਕਲ ਗਿਆ। ਮਹਾਰਾਜ ਤੁਸੀਂ ਪਛਾਣਿਆ ਨਹੀਂ, ਅਸਲ ਹੀਰਾ ਸੀ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਪਛਾਣਿਆ, ਮੈਨੂੰ ਪਤਾ ਅਸਲ ਨਗੀਨਾ ਸੀ, ਪਰ ਹੈ ਤੇ ਪੱਥਰ ਦਾ ਹੀ ਸੀ ਨਾ। ਮਹਾਰਾਜ ਕਹਿੰਦੇ ਮੈਂ ਬੰਦਿਆਂ ਦੇ ਵਿੱਚੋਂ ਹੀਰੇ ਪਛਾਣਦਾ, ਮੇਰਾ ਇੱਕ ਹੀਰਾ ਇੱਥੇ ਰੁਲਿਆ ਫਿਰਦਾ ਤੁਹਾਡੇ ਵਿੱਚ ਗੋਦਾਵਰੀ ਕੰਢੇ ਤੇ, ਮੈਂ ਉਹਨੂੰ ਲੱਭਣ ਆਇਆ, ਮੈਂ ਉਹਦੀ ਖੋਜ ਕਰਨ ਆਇਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਆਪ ਵਿਚਾਰੇ ਸੋ ਪਰਖੇ ਹੀਰਾ, ਏਕ ਦ੍ਰਿਸ਼ਟ ਤਾਰੇ ਗੁਰਪੂਰਾ। ਏਕ ਦ੍ਰਿਸ਼ਟ, ਗੁਰੂ ਪੂਰਾ ਇੱਕੋ ਹੀ ਨਿਗਾਹ ਪਾਉਂਦਾ ਹੈ। ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਦ੍ਰਿਸ਼ਟ। ਹੁਣ ਗੁਰਬਾਣੀ ਦੇ ਵਿੱਚ ਦਿਵ ਦ੍ਰਿਸ਼ਟ ਆਈ ਹੈ, ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ, ਅੰਮ੍ਰਿਤ ਦ੍ਰਿਸ਼ਟੀ, ਦਿਵ ਦ੍ਰਿਸ਼ਟੀ, ਏਕ ਦ੍ਰਿਸ਼ਟੀ। ਫਿਰ ਇਸੇ ਤਰ੍ਹਾਂ ਪੂਰਨ ਦ੍ਰਿਸ਼ਟ ਤੇਰੀ ਰਾਮ, ਪੂਰਨ ਦ੍ਰਿਸ਼ਟ। ਏਕ ਦ੍ਰਿਸ਼ਟ ਦਾ ਅਰਥ ਹੁੰਦਾ ਇੱਕ ਚੀਜ਼ ਤੇ ਫੋਕਸ ਕਰਨਾ, ਉਹਨੂੰ ਕਹਿੰਦੇ ਏਕ ਦ੍ਰਿਸ਼ਟ। ਜਿਵੇਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਜਿਹੜੇ ਸਾਇੰਸਦਾਨ ਨੇ ਉਹ ਕੀ ਕਰਦੇ ਨੇ, ਸਾਹਮਣੇ ਇੱਕ ਲੈਂਸ ਲਗਾਉਂਦੇ ਨੇ ਸ਼ੀਸ਼ਾ। ਉਹ ਜਦੋਂ ਸ਼ੀਸ਼ੇ ਦਾ ਲੈਂਸ ਲਗਾਉਂਦੇ ਨਾ ਅੱਗੇ ਸੂਰਜ ਦੇ ਵਿੱਚ, ਥੱਲੇ ਕਾਗਜ਼ ਰੱਖਦੇ ਤਾਂ ਲੈਂਸ ਲਗਾਉਂਦਿਆਂ ਕਾਗਜ਼ ਨੂੰ ਅੱਗ ਲੱਗ ਜਾਂਦੀ। ਕਾਰਨ ਕੱਲੀ ਕੱਲੀ ਕਿਰਨ ਪੈ ਕੇ ਸੇਕ ਨਹੀਂ ਸੀ। ਜਦੋਂ ਸ਼ੀਸ਼ਾ ਅੱਗੇ ਰੱਖਿਆ, ਉਹ ਲੈਂਸ ਅੱਗੇ ਰੱਖਿਆ, ਕਿਰਨਾਂ ਵੱਜ ਕੇ ਇੱਕ ਥਾਂ ਤੇ ਪਈਆਂ, ਕਾਗਜ਼ ਨੂੰ ਅੱਗ ਲੱਗ ਗਈ। ਇਹਨੂੰ ਕਹਿੰਦੇ ਏਕ ਦ੍ਰਿਸ਼ਟ, ਇੱਕ ਕੰਮ ਤੇ ਫੋਕਸ ਕਰਨਾ। ਜਿਵੇਂ CBI ਆਦਿਕ ਡਿਪਾਰਟਮੈਂਟ ਜਿਹੜੇ ਕਿਸੇ ਕੇਸ ਨੂੰ ਹੱਲ ਕਰਨਾ ਹੋਏ, ਉਹ ਫਿਰ ਉਸ ਤੇ ਪੂਰਾ ਫੋਕਸ ਰੱਖਦੇ, ਉਹਨੂੰ ਕਹਿੰਦੇ ਏਕ ਦ੍ਰਿਸ਼ਟ। ਗੁਰੂ ਸਾਹਿਬ ਇੱਕ ਦ੍ਰਿਸ਼ਟੀ ਪਾਉਂਦੇ ਨੇ, ਬਸ ਇੱਕੋ ਹੀ ਫੋਕਸ ਕਰਦੇ ਨੇ, ਇੱਕ ਦ੍ਰਿਸ਼ਟੀ ਵਿੱਚ ਹੀ ਪਾਰ ਉਤਾਰਾ ਕਰ ਦਿੰਦੇ, ਨਦਰੀ ਨਦਰ ਨਿਹਾਲ ਕਰ ਦਿੰਦੇ ਨੇ। ਪਰ ਜਿਹਦੇ ਕੋਲ ਹੈ ਪਰ ਦ੍ਰਿਸ਼ਟ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਹੁਣ ਜੇ ਤਾਂ ਏਕ ਦ੍ਰਿਸ਼ਟ ਆਪਣੀ ਹੋਏ, ਆਪਣੇ ਤੇ ਫੋਕਸ ਹੋਏ, ਅੰਮ੍ਰਿਤ ਦ੍ਰਿਸ਼ਟ ਆਪਣੇ ਤੇ ਫੋਕਸ ਹੋਏ। ਹੁਣ ਜਿਹੜਾ ਗੁਰਮੁਖ ਹੈ ਉਹ ਆਪਣੇ ਆਪ ਨੂੰ ਵੇਖਦਾ ਹੈ, ਤੇ ਜਿਹੜਾ ਮਨਮੁਖ ਪਰ ਦ੍ਰਿਸ਼ਟ ਵਾਲਾ ਲੋਕਾਂ ਨੂੰ ਪਰਖਦਾ ਹੈ, ਉਹ ਲੋਕਾਂ ਨੂੰ ਵੇਖਦਾ ਸਾਰੀ ਉਮਰ, ਆਪਣੇ ਆਪ ਨੂੰ ਨਹੀਂ ਵੇਖਦਾ। ਗੁਰਮੁਖ ਏਕ ਦ੍ਰਿਸ਼ਟ, ਗੁਰਮੁਖ ਕੋਲ ਇੱਕ ਦ੍ਰਿਸ਼ਟ ਹੈ, ਅੰਮ੍ਰਿਤ ਦ੍ਰਿਸ਼ਟ ਹੈ, ਦਿਵ ਦ੍ਰਿਸ਼ਟ ਹੈ, ਪੂਰਨ ਦ੍ਰਿਸ਼ਟ ਹੈ, ਉਹ ਆਪਣੇ ਆਪ ਨੂੰ ਵੇਖਦਾ ਹੈ। ਗੁਰੂ ਇੱਕ ਦ੍ਰਿਸ਼ਟ ਮਾਰਦਾ ਹੈ, ਉਹਦੇ 'ਚ ਹੀ ਪਾਰ ਉਤਾਰਾ ਕਰ ਦਿੰਦਾ ਹੈ। ਗੁਰ ਮਾਨੇ, ਮਨ ਤੇ ਮਨ ਧੀਰਾ। ਗੁਰੂ ਦੇ ਕੋਲੋਂ ਫਿਰ ਉਹਨੂੰ ਚੈਨ ਆ ਗਿਆ, ਟਿਕਾ ਆ ਗਿਆ। ਐਸਾ ਸਾਹ ਸਰਾਪੀ ਕਰੇ, ਗੁਰੂ ਐਸਾ ਪਾਰਖੂ ਹੈ, ਗੁਰੂ ਐਸੀ ਗੁਰੂ ਦੀ ਮਿਹਰ ਦੀ ਨਿਗਾਹ, ਸਾਚੀ ਨਦਰ ਏਕ ਲਿਵ ਤਰੈ। ਬਾਬਾ ਬੰਦਾ ਸਿੰਘ ਤੇ ਇੱਕੋ ਨਦਰ ਪਾਈ, ਕੀ ਪੁੱਛਦੇ ਨੇ, ਤੇਰਾ ਨਾਂ ਕੀ ਹੈ? ਹੁਣ ਦੇਖੋ ਬਾਬਾ ਬੰਦਾ ਸਿੰਘ ਕੀ ਕਹਿੰਦਾ ਹੈ, ਮਹਾਰਾਜ ਤੁਸੀਂ ਗੁਰੂ ਗੋਬਿੰਦ ਸਿੰਘ ਹੋ। ਵੈਸੇ ਹੁੰਦਾ ਇਦਾਂ ਹੈ ਵੀ ਜਿਹਦੇ ਘਰ ਜਾਈਏ ਘਰ ਵਾਲਾ ਪੁੱਛਦਾ ਤੇਰਾ ਨਾਂ ਕੀ ਹੈ, ਤੇ ਘਰ 'ਚ ਤਾਂ ਬੈਠਾ ਬਾਬਾ ਬੰਦਾ ਸਿੰਘ, ਉਹ ਅੱਗੋਂ ਗੁਰੂ ਗੋਬਿੰਦ ਸਿੰਘ ਨੂੰ, ਮਹਾਰਾਜ ਤੁਸੀਂ ਗੁਰੂ ਗੋਬਿੰਦ ਸਿੰਘ ਹੋ। ਮਹਾਰਾਜ ਕਹਿੰਦੇ ਤੂੰ ਸੱਚ ਪਛਾਣਿਆ। ਹੁਣ ਗੁਰੂ ਗੋਬਿੰਦ ਸਿੰਘ ਘਰ 'ਚ ਬੈਠੇ ਨੂੰ ਪੁੱਛਦੇ ਤੂੰ ਕੌਣ ਹੈ, ਤੇਰਾ ਕੀ ਨਾਂ ਹੈ? ਕਹਿੰਦਾ ਜੀ ਮੈਂ ਬੰਦਾ। ਮਹਾਰਾਜ ਕਹਿਣ ਲੱਗੇ ਕਿਹਦਾ ਬੰਦਾ? ਮਹਾਰਾਜ ਤੁਹਾਡਾ ਬੰਦਾ। ਮਹਾਰਾਜ ਕਹਿੰਦੇ ਫਿਰ ਮੇਰੇ ਬੰਦਿਆਂ ਦੇ ਇਹ ਕੰਮ ਥੋੜੀ ਹੈ ਵੀ ਸਾਧੂਆਂ ਦੀ ਮਜ਼ਾਕ ਉਡਾਣੀ, ਉਹਨਾਂ ਦੇ ਤਖਤੇ ਉਲਟਾਣੇ। ਆ ਫਿਰ ਮੈਨੂੰ ਲੋੜ ਆ ਤਖਤੇ ਉਲਟਾਉਣ ਦੀ, ਸਾਧੂਆਂ ਦੇ ਨਹੀਂ, ਉਹ ਭਗਤਾਂ ਦੇ ਨਹੀਂ। ਜੇ ਤਖਤਾ ਉਲਟਾਉਣਾ ਦੇ ਜ਼ਾਲਮ ਹਕੂਮਤ ਸਰਕਾਰ ਦਾ ਉਲਟਾ ਚੱਲ ਕੇ। ਗੁਰੂ ਗੋਬਿੰਦ ਸਿੰਘ ਨੇ ਇੱਕੋ ਦ੍ਰਿਸ਼ਟ ਪਾਈ, ਤੇ ਜਦੋਂ ਬਾਬਾ ਬੰਦਾ ਸਿੰਘ ਨੇ ਆਪਣੇ ਹੀਰੇ ਅੰਦਰ ਦੀ ਪਰਖ ਕੀਤੀ, ਫਿਰ ਉਹਨੇ ਸਰਹੰਦ ਮਾਰੀ ਸਮਾਣਾ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ, ਜਿਹਦਾ ਨਾਂ ਤੇ ਸੁੱਚਾ ਨੰਦ ਸੀ ਪਰ ਨਿਰਾ ਝੂਠਾ ਸੀ, ਉਹਦੇ ਨੱਕ 'ਚ ਨੱਥ ਪਾ ਲਈ, ਫਿਰ ਘਸੀੜ ਕੇ ਲਿਆਂਦਾ ਸੀ ਉਹਨੂੰ। ਪਰ ਕਦੋਂ? ਜਦੋਂ ਆਪਣੀ ਪਰਖ ਆ ਗਈ। ਓਏ ਸਿੱਖੋ ਆਪਣੀ ਪਛਾਣ ਕਰੋ।
जिदन गुरु ग्रंथ साहब दे सिख बन गए, गुरु ग्रंथ साहब दे लड़ ला के अपनी पछाण बन गई, उस दिन सानू किसी दे चाटूकार बनने की लोड़ नहीं। उस दिन तो फिर वो तुहाडे पैरां च आके बहणगे। खुद ही को कर बुलंद इतना कि खुदा भी पूछे बंद से बता तेरी रजा क्या है। पाछे लागो हर फिरे तू अपने आप की पछाण कर। रो विचार रहाओ पूंजी नाम निरंजन सार। जिन्हें फिर अपने आप की पछाण कर ली, ओदे कोल परमात्मा दे नाम दी पूंजी संतन मोको पूंजी सौंपी तो उतरिया मन का धोखा। बंदे कोल बैलेंस बैंक बैलेंस बहुत है, माफ करना जिन्हों को बहुते ज्यादा ही बैलेंस वैसे तो होवे ते टोडर मल वर्गा होवे ते बाबे मक्खन शाह लवाणे वर्गा होवे सिख अमीर, पर जे पाप कर करके करनी है तो फिर चाटूगरी करनी पैनी। फिर ईडी का CBI का डर रहना, फिर तो सच नहीं बोलिया जाना। रो विचार ते जे गुरु मुख होया, गुरु नूं पुछ के चलिया, फिर साची पूंजी नाम निरंजन सार। एक है झूठी पूंजी जिहड़ी शरीर तक चलती है, एक है साची पूंजी जिहड़ी शरीर देही तो बाद अगे भी चलती है। वो किहड़ी पूंजी है? हम तनवंत भागड़ सच नाए, हर गुण गावे सहज सुभाए। कहन लगे प्यो दादे का खोल डिटा खजाना, ता मेरा मन पया निदाना। रतन लाल जाका कश न मोल, भरे भंडारा खूट तोल। खावे खर्चा रल मिल भाई, तोड़ने आवे बद दो जाई। को नानक जिस मस्तक लेल खाए, सो एत खजाने लिया रजाए। आ है खजाना साची पूंजी। जे पैंडे में अंध गुबारा, हर का नाम ता संग उजियारा। महाराज कहन लगे जे पैंडे के गन जाहे न कोसा, हर का नाम उहा संग तोसा। आ पल्ला आ खजाना ये पूंजी है गुरमुखां दे कोल। गुरु नानक साहब महाराज सुल्तानपुर विच मोदी खाना चला रहे, बहुत समा हो गया। बहुत काल भय कृत मोदी की कीन। गुरु नानक साहब दे पिता मेहता कालू जी सोचते हैं भी पुत नूं बहुत चिर हो गया मोदी खाना करदियां, जाके देखिए केती को करी है कमाई, किन्ना को कमाया किन्ना को जोड़िया। जदों भाई धन गुरु नानक साहब जी दे कोल पिता मेहता कालू जी पहुंचे, पुछदे पुत किन्ना के धन जोड़िया। तो गुरु नानक कहन लगे पिता नह एक विराट का कीन संच। कहन लगे पिता जी मैं तो कौडी भी नहीं जोड़िया। क्यों? कहंदे उत आवत है इत ते चल जाई। पिता जी बराबर बराबर ही चलदा, मैं कुछ नहीं इकट्ठा किया। इधरों आउंदी है तो इधर चले जाती है, मैं कुछ नहीं जोड़िया। पिता कहन लगा पुत मैं तो सुनिया सी भी मोदी खाने च बहुत वाधा होया। कहन लगे हाँ पिता जी होया, मैं सारा धन गरीबां च वंड दिता। माफ करना अमीरां च वंडिया वापस नहीं आउंदा, गरीबां च वंडिया वापस आउंदा जे। पिता जी गरीबां च वंड दिता। कहन लगे पता किवें लगू? कहंदे सवेरे चलियो मेरे नाल। सवेरा होया, सुल्तानपुर नगर दे विच पिता मेहता कालू पिछे पिछे ते गुरु नानक अगे अगे। पता लग्या मेहता कालू जी आए ने, गुरु नानक दे पिता आए ने। बच्चियां समेत बजुर्ग पिता मेहता कालू दे पैरी मत्था ही टेकी जाते, पग्गां ला ला रखी जाते ने। धन मेहता कालू, धन मेहता कालू, जदों दा तेरा फरजंद आया सुल्तानपुर च कोई भुखा नहीं। धन गुरु नानक कहन लगे बापू मैं असीसां वंडियां, असीसां लै रहा, ये धन मैं इकट्ठा किया। ओए सिखो असीसां मुल नहीं जे मिलदियां, असीसां चंगे काम करके मिलदियां ने। चंगे काम कर लो असीसां मिलणगियां, माड़े कर लो लानतां जग पाएगा। कहन लगे बापू आ धन मैं इकट्ठा किया जे, गरीब असीस दिंदा उहदे नाल पार उतारा हुंदा जे। रो विचार पूंजी नाम निरंजन सार, श्रेष्ठ पूंजी नाम दी पूंजी। नाम दा धन जिहड़ा नाल जाण वाला, जिहड़ा शरीर तो बाद भी काम आउण वाला। निर्मल साच रत्ता पैकार। हुण नाम दा धन इकट्ठा किवें हुंदा? निर्मल साच रत्ता
ਪੈਕਾਰ, ਪੈਕਾਰ ਦਾ ਅਰਥ ਹੁੰਦਾ ਹੈ ਚੰਗੇ ਦੀ ਪਛਾਣ ਕਰਨੀ, ਮੈਲ ਨੂੰ ਹਟਾਣਾ, ਚੰਗਾ ਇਕੱਠਾ ਕਰਨਾ। ਪੈਕਾਰ ਜਿਵੇਂ ਸੋਨੇ ਨੂੰ ਜਦੋਂ ਕੱਢਿਆ ਜਾਂਦਾ ਤੇ ਟੰਨਾਂ ਦੇ ਟਨ ਟਰੱਕ ਮਿੱਟੀ ਦੇ ਲੱਦ ਲੱਦ ਕੇ ਇਕੱਠੇ ਖੜੇ ਜਾਂਦੇ, ਉਹ ਫੈਕਟਰੀਆਂ ਮਸ਼ੀਨਾਂ 'ਚ ਛਾਣ ਛਾਣ ਕੇ ਉਹ ਉਹਦੇ ਵਿੱਚ ਸੋਨੇ ਦੇ ਕਾਣੋਂ ਇਕੱਠੇ ਕਰਦੇ ਨੇ। ਤਾਂ ਸੋਨੇ ਦੀ ਕੀਮਤ, ਮਿਹਨਤ ਬੜੀ ਹੈ, ਫਿਰ ਉਹਦੀ ਕੀਮਤ ਪੈਂਦੀ ਸੋਨਾ। ਉਹ ਜਿਹੜਾ ਸੋਨੇ ਦੀ ਪਰਖ ਕਰਨੀ, ਇਕੱਠਾ ਕਰਨਾ, ਉਹਨੂੰ ਪੈਕਾਰ ਕਹਿੰਦੇ। ਬੁਰਾਈਆਂ ਕੱਢ ਦੇਣੀਆਂ, ਚੰਗਿਆਈ ਇਕੱਠੀ ਕਰਨੀ, ਪੈਕਾਰ। ਨਿਰਮਲ ਸਾਚ ਰਤਾ ਪੈਕਾਰ। ਤੁਸੀਂ ਦੇਖੋ ਬੰਦੇ ਨੂੰ ਬੁਖਾਰ ਚੜਿਆ ਹੋਏ ਤੇ ਬੁਖਾਰ ਉਤਰ ਜੇ, ਉਹਨੂੰ ਠੀਕ ਮਹਿਸੂਸ, ਚੰਗਾ ਚੰਗਾ ਲੱਗਦਾ ਨਾ। ਫਿਰ ਬਿਮਾਰੀ ਹੋਵੇ, ਬੰਦੇ ਨੂੰ ਰੋਗ ਹੋਵੇ, ਤੇ ਜਦੋਂ ਬਿਮਾਰੀ ਠੀਕ ਹੋ ਜੇ ਬੰਦੇ ਨੂੰ ਕਿੰਨਾ ਵਧੀਆ ਜਿਹਾ ਲੱਗਦਾ, ਆਪਣੇ ਆਪ ਨੂੰ ਖੁਸ਼ੀ ਜੀ ਆਉਂਦੀ ਹੈ ਵੀ ਮੈਂ ਹੁਣ ਠੀਕ ਹਾਂ। ਬਸ ਇਸੇ ਤਰ੍ਹਾਂ ਜਿੱਦਣ ਸਾਡੇ ਵਿੱਚੋਂ ਬੁਰਾਈਆਂ ਚਲੇ ਗਈਆਂ, ਹਉਮੈ, ਹੰਕਾਰ, ਕ੍ਰੋਧ, ਈਰਸ਼ਾ ਖਤਮ ਹੋ ਗਿਆ, ਕੇਵਲ ਪ੍ਰਮਾਤਮਾ ਰਹਿ ਗਿਆ, ਉਹਨੂੰ ਕਹਿੰਦੇ ਨਾ ਨਿਰਮਲ ਸਾਚ ਰਤਾ ਪੈਕਾਰ। ਆਪਣੇ ਆਪ ਨੂੰ ਪਛਾਣਨਾ, ਉਸ ਹੀਰੇ ਨੂੰ ਕੱਢਣਾ, ਸੋਨੇ ਨੂੰ ਇਕੱਠਾ ਕਰਨਾ, ਇਹ ਹੈ ਨਿਰਮਲ ਸਾਚ ਰਤਾ ਪੈਕਾਰ। ਸਿਫਤ ਸਹਿਜ ਘਰ ਗੁਰ ਕਰਤਾਰ। ਗੁਰੂ ਦੇ ਘਰ ਉਹ ਫਿਰ ਰੱਬ ਦਾ ਪਿਆਰਾ ਬੈਠ ਕੇ ਸਿਫਤੀ ਭਗਤੀ ਕਰਦਾ ਸਹਿਜ ਵਿੱਚ। ਹੁਣ ਪਛਾਣ ਕਦੋਂ ਹੁੰਦੀ ਹੈ? ਜਦੋਂ ਚਾਨਣ ਹੋਵੇ, ਹਨੇਰੇ 'ਚ ਨਹੀਂ ਪਛਾਣ ਹੁੰਦੀ। ਤੁਸੀਂ ਦੇਖੋ 100 ਬੱਲਬ ਹੈ, ਬੱਲਬ ਵੀ ਹੈ, ਪਰ ਬੱਲਬ ਫਿਊਜ਼ ਹੈ, ਚਾਨਣ ਨਹੀਂ ਹੋਏਗਾ। ਬੱਲਬ ਫਿਊਜ਼ ਨਹੀਂ ਵੀ ਹੈ, ਤਾਰਾਂ ਵੀ ਲੱਗੀਆਂ, ਪਿੱਛੋਂ ਲਾਈਟ ਹੀ ਨਹੀਂ ਆ ਗਈ, ਫਿਰ ਵੀ ਹਨੇਰਾ ਹੈ। ਤੇ ਜੇ ਲਾਈਟ ਵੀ ਹੈ, ਬੱਲਬ ਵੀ ਹੈ, ਤਾਰਾਂ ਹੀ ਨਹੀਂ ਜੁੜੀਆਂ, ਬੱਲਬ 100 ਕੁਝ ਵੀ ਨਹੀਂ ਕਰ, ਬਸ ਤਾਰ ਜੁੜੀ, ਇੱਧਰ ਤਾਰ ਜੁੜੀ, ਉਧਰ ਪ੍ਰਕਾਸ਼ ਹੋ ਜਾਣਾ। 100 ਬੱਲਬ ਦੀ ਲਾਈਟ ਵੱਖਰੀ ਵੱਖਰੀ ਨਹੀਂ, ਇੱਕੋ ਲਾਈਟ ਹੈ। ਬਸ ਧਰਮ ਦੀ ਦੁਨੀਆ 'ਚ ਬਹੁਤੇ ਫਿਊਜ਼ ਬੱਲਬ ਹੀ ਪਏ ਆ। ਸਿੱਖਾ ਗੁਰੂ ਦੇ ਨਾਲ ਜੁੜ, ਜਿੱਦਣ ਸ਼ਬਦ ਨਾਲ ਤਾਰ ਜੁੜ ਗਈ ਨਾ, ਉਦਣ ਕੀ ਹੋਏਗਾ? ਗੁਰਬਾਣੀ ਇਸ ਜਗ ਮੈਂ ਚਾਨਣ, ਤੇ ਚਾਨਣ ਦੇ ਵਿੱਚ ਪਛਾਣ ਸੌਖੀ ਹੋ ਜਾਂਦੀ। ਅਸੀਂ ਅੰਦਰ ਹਨੇਰੇ 'ਚ ਹੀ ਫਿਰ ਰਹੇ ਹਾਂ ਤੇ ਗੁਰੂ ਦੀ ਪਛਾਣ ਨਹੀਂ, ਆਪੇ ਆਪ ਦੀ ਪਛਾਣ ਨਹੀਂ। ਜਿਹਨੂੰ ਆਪਣੀ ਪਛਾਣ ਨਹੀਂ, ਮੈਂ ਕੌਣ ਆ, ਉਹ ਗੁਰੂ ਦੀ ਕੀ ਪਛਾਣ ਕਰੇਗਾ? ਤੇ ਜਿੱਦਣ ਆਪੇ ਆਪ ਨੂੰ ਖਤਮ ਕਰ ਲਿਆ, ਜੋ ਬੱਚੇਗਾ ਪਿਛੇ ਉਹ ਰੱਬ ਹੀ ਹੋਏਗਾ। ਉਹਨਾਂ ਅਨਲ ਹੱਕ ਆਖਿਆ, ਉਹਨਾਂ ਆਖਿਆ ਮੈਂ ਰੱਬ ਹਾਂ। ਰੱਬ ਉਦੋਂ ਪ੍ਰਗਟ ਹੋਇਆ ਜਦੋਂ ਮੈਂ ਮੁੱਕ ਗਈ, ਮੈਂ ਹਸਤੀ ਖਤਮ ਹੋ ਗਈ। ਤੋ ਸਿਫਤ ਸਹਿਜ ਘਰ ਗੁਰ ਕਰਤਾਰ। ਗੁਰੂ ਦੇ ਘਰ 'ਚ ਸਹਿਜ ਦੇ ਵਿੱਚ ਉਹ ਬੰਦਗੀ ਕਰਦਾ। ਇੱਥੇ ਫਿਰ ਲਾਲਚ ਵਿੱਚ ਨਹੀਂ ਆ ਬੰਦਗੀ, ਲੋਭ ਵਿੱਚ ਨਹੀਂ ਆ, ਇੱਥੇ ਡਰ ਕੇ ਵੀ ਨਹੀਂ ਆ। ਹੈ ਕੋਈ ਡਰਦਾ ਹੋਇਆ ਵੀ ਬੰਦਗੀ ਕਰਦਾ ਹੋਵੇ ਨਾ, ਉਤਾਵਲਾਪਨ ਵੀ ਨਹੀਂ, ਸਹਿਜ ਵਿੱਚ, ਚਾਓ ਵਿੱਚ। ਬਾਬਾ ਜੀ ਕਹਿੰਦੇ ਮਨ ਹੱਠ ਤਰਫ ਨਾ ਜਪਈ ਜੇ ਬਹੁਤਾ ਘਾਲੇ। ਉਹ ਸਿੱਖੋ ਗਿਣਤੀਆਂ ਮਿਣਤੀਆਂ ਵਾਲੀ ਸਿੱਖੀ ਨਹੀਂ ਹੈਗੀ, ਗਿਣਤੀਆਂ ਮਿਣਤੀਆਂ ਵਾਲੀ ਭਗਤੀ ਨਹੀਂ ਹੈਗੀ। ਭਗਤ ਕਬੀਰ ਸਾਹਿਬ ਕਹਿੰਦੇ ਆ ਜਿਹੜੀ ਬਾਹਮਣਵਾਦੀ ਸਿੱਖੀ ਹੈ ਨਾ, ਗਿਣਤੀਆਂ ਮਿਣਤੀਆਂ ਵਾਲੀ, ਲੱਖ ਪਾਠ, ਇੱਧਰ ਮੋਢਾ ਉੱਧਰ ਗੋਡਾ, ਇੱਧਰ ਚੌਂਕੜਾ, ਉੱਥੇ ਮੂੰਹ ਇੱਥੇ ਧਿਆਨ। ਕਬੀਰ ਸਾਹਿਬ ਕਹਿੰਦੇ ਬੇੜਾ ਜਰਜਰਾ ਫੂਟੇ ਸ਼ੇਖ ਹਜ਼ਾਰ। ਜਦੋਂ ਗੁਰੂ ਦਾ ਇੱਕ ਤੀਰ ਵੱਜਾ ਇਹ 'ਚ ਸ਼ੇਕ ਹੋ ਜਾਣੇ ਨੇ ਤੇ ਬੇੜਾ ਡੁੱਬ ਜਾਣਾ। ਕਬੀਰ ਸਾਹਿਬ ਕਹਿੰਦੇ ਮੈਂ ਵੀ ਡੁੱਬ ਚੱਲਿਆ ਸੀ। ਕਬੀਰ ਡੁੱਬਾ ਥਾ ਪੈ ਉਭਰਿਓ, ਮੈਂ ਬਚ ਗਿਆ। ਕਦੋਂ? ਗੁਣ ਕੀ ਲਹਿਰ ਝਬਕ। ਜਦੋਂ ਗੁਰੂ ਨੇ ਅੰਦਰੋਂ ਗਿਆਨ ਕੀਤਾ ਨਾ, ਅੰਦਰੋਂ ਚਾਨਣਾ ਹੋਇਆ, ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ। ਫਰਕ ਕਹਿੰਦਾ ਮੈਂ ਤੇ ਟੁੱਟੇ ਬੇੜੇ 'ਚੋਂ ਛਾਲ ਮਾਰ ਕੇ ਉਤਰਿਆ, ਮਸਾਂ ਬਚਿਆ ਜੇ। ਅੱਛਾ ਬੱਸ ਹੋਵੇ ਟੁੱਟੀ ਜੀ, DTC ਦੀ ਬੱਸ, ਨਾ ਬਾਰੀਆਂ ਚੰਗੀਆਂ, ਨਾ ਦਰਵਾਜ਼ਾ ਚੰਗਾ, ਨਾ ਸੀਟ ਚੰਗੀ, ਇਧਰੋਂ ਵੀ ਮਿੱਟੀ ਅੰਦਰ, ਇਧਰੋਂ ਵੀ ਘਟਾ, ਕੋਈ ਬੰਦਾ ਵਿੱਚ ਬਹਿਗਾ? ਤੇ ਸਾਡੇ ਕੰਨ ਝੂਠ ਸੁਣਦੇ ਨੇ, ਖਿੜਕੀਆਂ ਟੁੱਟੀਆਂ, ਅੱਖਾਂ ਮਾੜਾ ਵੇਖਦੀਆਂ, ਅੱਗੇ ਸ਼ੀਸ਼ਾ ਹੀ ਟੁੱਟਾ ਹੋਇਆ, ਅੰਦਰ ਮਨ ਦੇ ਵਿੱਚ ਸ਼ਬਦ ਨਹੀਂ ਟਿਕਿਆ, ਸੀਟਾਂ ਵੀ ਫਟੀਆਂ। ਤੇ ਫਿਰ ਕਬੀਰ ਧਰਤੀ ਭਾਰ ਨਾ ਵਿਆਪੇ। ਹੁਣ ਅੰਦਰੋਂ ਕਹਿੰਦੇ ਵੀ ਛੱਡ ਪਰੇ, ਛੱਡ ਇਸ ਬੱਸ ਨੂੰ, ਪਰੇ ਉਤਰ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਇਸ ਬੇੜੇ 'ਚੋਂ ਉਤਰ ਗਿਆ ਛਾਲ ਮਾਰ ਕੇ, ਮੈਨੂੰ ਪਤਾ ਸੀ ਇਹ ਡੁੱਬ ਜਾਣਾ। ਤੋ ਰੱਬ ਦੇ ਘਰ ਬੰਦਗੀ ਸਹਿਜ ਵਿੱਚ ਹੈ, ਚਾਓ ਵਿੱਚ ਹੈ, ਟਿਕਾ ਵਿੱਚ ਹੈ। ਤਰਫ ਜਣੈ ਸਤ ਭਾਉ ਦੇ।
ਮਾਰੇ ਕਹਿਣ ਲੱਗੇ ਜਿਹੜਾ ਸੱਚ ਵਾਲੇ, ਭਾਵਨਾ ਵਾਲੇ, ਪਿਆਰ ਵਾਲੇ ਪਾਸੇ ਰੱਬ ਉਹਦੀ ਤਰਫਦਾਰੀ ਕਰਦਾ ਜੇ। ਆਸਾ ਮਨਸਾ ਸ਼ਬਦ ਜਲਾਏ। ਗੁਰੂ ਦਾ ਗਿਆਨ ਕੀ ਕਰਦਾ ਹੈ? ਦੇਖੋ ਦੋ ਅੱਗ ਨੇ ਸਾਡੇ ਅੰਦਰ, ਇੱਕ ਹੈ ਤ੍ਰਿਸ਼ਨਾ ਦੀ ਅੱਗ, ਇਹ ਮਨ ਚ ਵਸਦੀ ਹੈ। ਇੱਕ ਹੈ ਬ੍ਰਹਮ ਅਗਨ। ਬ੍ਰਹਮ ਅਗਨ ਸਹਜੇ ਪਰਜਾਲੀ, ਏਕੈ ਚੋਟ ਸਜਾਇਆ। ਬ੍ਰਹਮ ਅਗਨ ਭਗਤੀ ਦੀ ਅਗਤੀ ਆ ਹਿਰਦੇ ਵਿੱਚ। ਜੇ ਤਾਂ ਹੋਈ ਬ੍ਰਹਮ ਅਗਨੀ, ਫਿਰ ਤਾਂ ਝੂਠ ਸੜ ਜਾਏਗਾ, ਵਿਕਾਰ ਖਤਮ ਹੋ ਜਾਣਗੇ, ਬੁਰਾਈਆਂ ਸੜ ਜਾਣਗੀਆਂ। ਜੇ ਹੋਈ ਤ੍ਰਿਸ਼ਨਾ ਦੀ ਅੱਗ ਮਨ ਵਿੱਚ, ਫਿਰ ਸਚਾਈ ਸੜ ਜਾਏਗੀ, ਫਿਰ ਸੱਚ ਕਿਨਾਰੇ ਰਹਿ ਗਿਆ। ਫਿਰ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਫਿਰ ਝੂਠ, ਫਿਰ ਵਿਕਾਰ, ਫਿਰ ਮਾੜਾ ਵੇਖਣਾ, ਮਾੜਾ ਖਾਣਾ, ਮਾੜਾ ਬੋਲਣਾ, ਮਾੜਾ ਸੁਣਨਾ। ਤ੍ਰਿਸ਼ਨਾ ਦੀ ਅੱਗ ਸਚਾਈ ਨੂੰ ਸਾੜ ਦਿੰਦੀ ਹੈ, ਬ੍ਰਹਮ ਅਗਨ ਝੂਠ ਨੂੰ, ਵਿਕਾਰਾਂ ਨੂੰ ਸਾੜ ਦਿੰਦੀ ਹੈ। ਤੋ ਆਸਾ ਮਨਸਾ ਸ਼ਬਦ ਜਲਾਏ। ਮਹਾਰਾਜ ਕਹਿਣ ਲੱਗੇ ਗੁਰੂ ਕਾ ਸ਼ਬਦ ਜਿਹੜਾ ਨਾ ਜੀ, ਉਹ ਤ੍ਰਿਸ਼ਨਾ ਦੀ ਅੱਗ ਨੂੰ ਸਾੜ ਦਿੰਦਾ ਹੈ, ਬ੍ਰਹਮ ਅਗਨ ਕੇ ਲੂਠੇ ਹੋ ਜਾਂਦਾ ਹੈ, ਸੱਚ ਨਾਲ ਜੁੜ ਜਾਂਦਾ ਹੈ। ਰਾਮ ਨਾਰਾਇਣ ਕਹਿ ਕਹਾਏ। ਜਿਹੜਾ ਰੱਬ ਦਾ ਪਿਆਰਾ ਭਗਤ ਹੈ, ਉਹਦਾ ਟਾਰਗੇਟ ਕੀ ਹੈ ਭਲਾ? ਬਹੁਤੇ ਡੇਰੇ ਵਧਾਣੇ, ਹਰ ਦੁਨੀਆ ਦਾ ਕੰਮ ਡੇਰੇ 'ਚ ਕਰਨਾ, ਤੇ ਫਿਰ ਸਰਕਾਰਾਂ ਦੇ ਚਾਟੂਕਾਰ ਬਣਨਾ। ਇਹ ਧਰਮੀ ਬੰਦੇ ਦਾ ਕੰਮ ਨਹੀਂ ਹੈ, ਸੰਤ ਦਾ ਟਾਰਗੇਟ ਹੀ ਨਹੀਂ ਹੈ। ਸੰਤ ਦਾ ਟਾਰਗੇਟ ਕੀ ਹੈ? ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਉਹ ਤਾਂ ਸਿੱਖ ਸੰਤ ਦਾ ਕੰਮ ਹੈ ਆਪ ਨਾਮ ਜਪਣਾ, ਦੂਜੇ ਨੂੰ ਜਪਾਣਾ। ਤੁਸੀਂ ਦੇਖੋ ਦਮਦਮੀ ਟਕਸਾਲ ਹੈਨ ਐਸੇ ਬੇਅੰਤ ਮਹਾਂਪੁਰਖ, ਜਿਨ੍ਹਾਂ ਦਾ ਸ਼ੁਰੂ ਤੋਂ ਕੰਮ ਰਿਹਾ ਬਾਬਾ ਦੀਪ ਸਿੰਘ ਤੋਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ। ਕਿਸੇ ਦੇ ਘਰ ਤੇ, ਕਿਸੇ ਦੇ ਡੇਰੇ ਤੇ ਕਬਜ਼ੇ ਕਰਨੇ, ਤੇ ਸੰਤ ਦਾ ਕੰਮ ਹੀ ਨਹੀਂ। ਸੰਤ ਕੀ ਕਰਦਾ ਹੈ? ਸੰਤ ਨਾਮ ਜਪਦਾ, ਰਾਮ ਨਾਰਾਇਣ ਕਹੇ, ਉਹ ਪਹਿਲਾਂ ਆਪ ਕਹਿੰਦਾ ਹੈ। ਤੇ ਤੁਸੀਂ ਦੇਖੋ ਧਰਮ ਦੀ ਦੁਨੀਆ, ਜਿਹਨੂੰ ਕੱਖ ਨਹੀਂ ਪਤਾ, ਉਹ ਦੂਜਿਆਂ ਨੂੰ ਧਰਮ ਦਾ ਠੇਕੇਦਾਰ ਬਣ ਕੇ ਪਿੱਛੇ ਲਾਈ ਫਿਰਦਾ ਹੈ। ਇੱਥੇ ਧਰਮੀ ਬੰਦਾ ਪਹਿਲਾਂ ਆਪ ਜਪਦਾ ਹੈ। ਪ੍ਰਥਮੇ ਮਨ ਪਰ ਬੋਧੈ ਆਪਣਾ, ਪਾਛੇ ਅਵਰ ਰਜਾਵੇ। ਉਹ ਪਹਿਲਾਂ ਆਪ ਜਪਦਾ ਹੈ। ਗੁਰੂ ਐਵੇਂ ਥੋੜੀ ਬਣੇ ਆ। ਗੁਰੂ ਸ਼ੁੱਧ ਸੋਨਾ ਹੈ। ਉਹ ਸਿੱਖੋ ਤਤੀ ਤਵੀ ਤੇ ਬੈਠਾ ਹੈ ਗੁਰੂ, ਫੇਰ ਗੁਰੂ ਬਣਿਆ। ਚਾਰ ਚਾਰ ਪੁੱਤ ਵਾਰੇ ਨੇ, ਫਿਰ ਗੁਰੂ ਬਣਿਆ। ਆ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਆ। ਭਾਈ ਮਤੀ ਦਾਸ ਵਰਗੇ, ਭਾਈ ਸਤੀ ਦਾਸ ਵਰਗੇ, ਭਾਈ ਦਿਆਲਾ ਜੀ ਵਰਗਿਆਂ ਨੂੰ ਦੇਗ 'ਚ ਉਬਾਲ ਕੇ ਕਸਵੱਟੀ ਤੇ ਲਾਇਆ ਹੈ। ਸ਼ੁੱਧ ਸੋਨਾ ਹੈ ਗੁਰੂ, ਐਵੇਂ ਨਹੀਂ ਗੁਰੂ ਬਣੇ। ਤੋ ਆਪ ਪਹਿਲਾਂ ਪਰਖ ਤੇ ਉਤਰੇ ਨੇ, ਆਪ ਜਪਿਆ, ਫਿਰ ਰੱਬ ਦਾ ਨਾਮ ਜਪਾਇਆ ਹੈ। ਅੱਗੇ ਮਾਰੇ ਕਹਿੰਦੇ ਗੁਰ ਤੇ ਵਾਟ ਮਹਿਲ ਘਰ ਪਾਏ। ਜਿਹਨੂੰ ਮੰਜ਼ਲ ਦਾ ਪਤਾ ਹੈ ਉਹ ਰਾਹ ਦੱਸਦਾ ਹੈ। ਗੁਰੂ ਦੇ ਘਰੋਂ ਸਾਨੂੰ ਰਸਤਾ ਦੱਸਿਆ ਜਾਂਦਾ ਹੈ। ਭੂਲੇ ਮਾਰਗ, ਆਖੋ ਭੂਲੇ ਮਾਰਗ ਐਸਾ ਗੁਰ, ਤੁਸੀਂ ਹੋ ਵੱਡ ਭਾਗੀ ਕਿ ਨਹੀਂ? ਤੁਸੀਂ ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰੂ ਦੀ ਚਰਨਾਂ 'ਚ ਬੈਠੇ। ਭੂਲੇ ਸਿੱਖ ਗੁਰੂ ਸਮਝਾਏ ਔਜੜ ਜਾਂਦੇ। ਗੁਰੂ ਰਾਹ ਹੀ ਦੱਸਦਾ ਜੇ। ਭਾਈ ਲਹਿਣੇ ਨੂੰ ਰਾਹ ਦੱਸਿਆ, ਬਾਬੇ ਅਮਰਦਾਸ ਨੂੰ ਰਾਹ ਦੱਸਿਆ, ਭਾਈ ਬਿਧੀ ਚੰਦ ਨੂੰ ਰਸਤਾ ਹੀ ਦੱਸਿਆ ਸੀ। ਗੁਰੂ ਰਾਹ ਦੱਸਦਾ। ਸਿੱਖ ਦਾ ਕੰਮ ਹੈ ਉਸ ਰਾਹ ਤੇ ਚੱਲ ਕੇ ਮੰਜ਼ਿਲ ਤੇ ਘਰ ਪਹੁੰਚ ਜਾਣਾ। ਸਿੱਖੋ ਜੇ ਮੰਜ਼ਿਲ ਨਹੀਂ ਮਿਲੀ ਤੇ ਆਪਾਂ ਰਾਹ ਤੋਂ ਭਟਕੇ ਹੋਏ ਆ। ਤੇ ਜਿਹੜਾ ਰਾਹ ਤੋਂ ਭਟਕਦਾ ਹੈ, ਅਨਕਾਏ ਰਾਤੜਿਆਂ ਵਾੜ ਦੁਹੇਲੀ ਰਾਮ। ਜਿਹੜਾ ਰਾਹ ਭੁੱਲ ਜੇ, ਉਹ ਭੁੱਲਿਆ ਹੋਇਆ ਰਸਤਾ ਬੜਾ ਦੁੱਖ ਦਿੰਦਾ ਜੇ, ਬੜੀ ਪਰੇਸ਼ਾਨੀ ਪੈਂਦੀ ਜੇ। ਜੇ ਅੱਜ ਦੁਖੀ ਆ ਤੇ ਰਸਤੇ ਤੋਂ ਭਟਕੇ ਹੋਏ ਅਸੀਂ। ਅੱਗੇ ਕਹਿੰਦੇ ਕੰਚਨ ਕਾਇਆ ਜੋਤ ਅਨੂਪ, ਤ੍ਰਿਪਣ ਦੇਵਾ ਸਗਲ ਸਰੂਪ। ਕੰਚਨ ਕਾਇਆ ਸ਼ਬਦ ਪਧਾਰੋ, ਮਨਮੁਖ ਦੇਹੀ ਭਰਮ ਪਧਾਰੋ। ਜੇ ਤਾਂ ਤੇਰਾ ਕੰਤ ਸ਼ਬਦ ਹੈ ਤੇ ਸਰੀਰ ਕੰਚਨ ਕਾਇਆ ਵਰਗੀ ਹੈ, ਪਵਿੱਤਰ ਹੈ, ਸਤਿਕਾਰਯੋਗ ਹੈ। ਤੇ ਜੇ ਤੇਰਾ ਪਧਾਰ ਭਰਮ ਹੈ, ਭੁਲੇਖਾ ਹੈ, ਝੂਠ ਹੈ, ਫਿਰ ਮਨਮੁਖ ਹੈ। तो महाराज कह लगे तू शब्द नू अपना पति कंत मन के तुर। त्रिभुवन देवा सगल स्वरूप, वो सारी दुनिया दे विच को परमात्मा वरत रहा। मैं सो धन पल्ला साच अखूट। अवगुण है कच्चा तन ते गुण है सच्चा तन।
ਮਾਰੇ ਕਹਿੰਦੇ ਨੇ ਕਾਚਾ ਧਨ ਸੰਚੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਵਾਰ। ਕੱਚਾ ਧਨ ਵਿਖਿਆ ਕੈ ਧਨ ਸਦਾ ਸੁਖ ਹੋਏ ਨਾ ਸਾਜਾ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ। ਗੁਣ ਨੇ ਪਰਮਾਤਮਾ ਤੋਂ ਮਿਲਦੇ ਸਤਿਗੁਰੂ ਗੁਣੀ ਨਿਧਾਨ ਹੈ। ਗੁਣ ਕਰ ਬਖਸ਼ੇ ਅਵਗਣੀ ਆਰੇ। ਗੁਰੂ ਤੇ ਗੁਣ ਵੰਡਦਾ ਜੇ, ਗੁਰੂ ਤੇ ਗੁਣ ਦਿੰਦਾ। ਗੁਣ ਹੀ ਆਪਾਂ ਧਾਰਨ ਕਰ ਰਹੇ। ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਮੇਰੇ ਕੋਲ ਕੀ ਹੈ? ਹਾਂ ਮੈਂ ਅਵਗੁਣ ਭਰੇ, ਮੈਂ ਤੇ ਅਵਗੁਣਾਂ ਦਾ ਭਰਿਆ। ਤੇਰੇ ਕੋਲੋਂ ਗੁਣ ਲੈਣ ਆਇਆ। ਤਾਂ ਮਹਾਰਾਜ ਕਹਿਣ ਲੱਗੇ ਮੈਂ ਸੋ ਧਨ ਪੱਲੇ, ਉਹ ਨਾਮ ਦਾ ਧਨ ਅਖੁੱਟ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੇ। ਸਤਿਗੁਰ ਖਾਵੋ ਖਰਚੋ ਰਲ ਮਿਲ ਭਾਈ ਤੋੜ ਨਾ ਆਵੇ। ਇਹ ਨਹੀਂ ਜੇ ਮੁੱਕਦਾ। ਗੁਣ ਪੱਲੇ ਪ੍ਰਾਪਤ ਕਰ। ਜੇ ਗੁਣ ਕੋਲ ਹੋਣਗੇ ਤੇਰੀ ਕੀਮਤ ਵੱਧ ਜਾਏਗੀ। ਤੇ ਜਿਹੜੇ ਆਪਣੀ ਕੀਮਤ ਨੂੰ ਬਰਕਰਾਰ ਰੱਖਦੇ ਨੇ, ਤੁਸੀਂ ਦੇਖੋ ਸੋਨਾ ਕਦੇ ਆਪਣੀ ਕੀਮਤ ਘਟਾਉਂਦਾ ਹੈ? ਸਿੱਖ ਸੋਨੇ ਵਰਗੇ ਨੇ, ਘੱਟ ਨੇ ਪਰ ਗੁਰੂ ਦੀ ਤਿਜੋਰੀ 'ਚ ਰਹਿੰਦੇ ਨੇ। ਸੋਨਾ ਤਿਜੋਰੀਆਂ 'ਚ ਰਹਿੰਦਾ ਨਾ, ਉਹ ਸਿੱਖਾ ਗੁਰੂ ਦੀ ਤਿਜੋਰੀ 'ਚ ਬਹਿ ਜਾ ਆ ਕੇ ਤੇਰੀ ਕੀਮਤ ਗੁਰੂ ਪਾਏਗਾ। ਰੋ ਵਿਚਾਰ। ਪੰਚ ਤੀਨ ਨਵ ਚਾਰ ਸਮਾਵੈ ਧਰਨ ਗਗਨ ਕਲ ਧਾਰ ਰਹਾਵੈ। ਫਿਰ ਉਹ ਸ੍ਰੇਸ਼ਟ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦਾ। ਧਰਨ ਗਗਨ ਧਰਤੀ ਆਕਾਸ਼ कल धार रहावै। जो मंदिर को थमै थमन त्यों गुर का शब्द मने स्थमन। जिवें मंदिर नूं टिका थमला दिता जाता है, इस तरह सिखा अपने इस सच दे महल नूं गुरु शब्द दा पिलर ला। बाहर जातो उल्ट भरावै। ते गुरु दे शब्द द्वारा जिहड़ा बाहर भटकदा सी ना मन, जिन्हें आपे परख लिया। फिर कह लगे बाहर ढूंढन ते छूट परे, गुर घर ही माहे दिखाया था। हुण घर विच ही सारा खजाना लभ गया। मूर्ख होए ना आखी सूझै, जिहवा रसने कया बुझे बिका माता जग सो लूझै। मूर्ख बंदा कदे भी आखी गल नहीं मनदा। इसे करके आख्या भी मूर्ख गंढ पवै मूँह मार। मूर्ख बंदे जदों कंन ते पैंदी फिर मनदा है। तो मेरे ख्याल मेरे वर्गे का भी हाल है भी जो कंन ते पैंदी फिर पता लगता भी नहीं नाम जपना चाहिए, अमृत छकना चाहिए। जो गोडे भी आ अखा भी नैनो नीर बह तनखीना पै केस दो दवानी, जो कंन ते पैंदी ना आके भी कन्ना च सुन, जो कहना है आ बस कंन ते पै गई खत्म हो गई आवाज़। फिर कहता भी मैनू उच्ची पाठ सुनाओ। तो जो चौथे घर की गल सुनती सी कंन चंगे, उदों तो सुनिया नहीं। तो महाराज कहते मूर्ख बंदा कदी गल नहीं, जो मूर्खता मैं मूर्खता उदों तक नहीं सुनता। जो मूर्खता मुक गई तू आ गया उदों गल सुनेगी। जिहवा रसने कहा बूझे। आ जबान तो बंदा दो ही काम लैंदा, जां बोलण दा ते जां खाण पीण दा। सारी उम्र ना इहनूं बोलना आउंदा, गलत बोली जांदा ते माफियां मंगी जांदा, गलत खाई जांदा ते दवाइयां लई जांदा है। समझदा ही नहीं। बाबा जी कहण जे गुरु नूं पुछ के तुरे, गुरु नूं पुछ के बोले, गुरु नूं पुछ के खाए। बाबे ने आख्या ना ऐसा मद मूल ना पीचे बरल पवे विच आए। महाराज कहणगे इहो जी चीज़ कदे ना पीवी जिचों अपना पराए ना पिछ खसमों कते थाए। बाबा होर खाना, बाबे ने दस्या ना की खाना की पहनना की बोलना। तो फिर गुरु नूं पुछ के बोलीए, गुरु नूं पुछ के खाइए, कदे बीमार ना होइए। बिख का माता ये जहर खा के बेहोश होया पिया, मैं ही करता है। जग स्यों लूझै, जग स्यों लूझै गावारी, जगत नाल ही मत्था लाई फिरदा। इधर झगड़ा उधर झगड़ा, इधर सारी मैं तू मैं ही हो रही है। होनी ते चाहिदी सी मैं तू तो तू मैं, मेरे च फर्क कोई ना रहे। पर तू मैं तू मैं जिधर मर्जी देख लो तुसी, क्योंकि समझिया नहीं। उत्तम संगत उत्तम होवे। बाबा जी कह लग्या गुरु की उत्तम संगत है। जे संगत चंगी करेगा, आदि काल तो बंदा संगत तो प्रभावित है। ये जो जंगलों च रहिंदा सी, काफले बना के रहिंदा सी। तुसी देखो हफ्ते बाद नमाज पढ़ी जाती, वो भी एक जमात बना के पढ़िया करते। संगत तो प्रभावित है। जो जैसी संगत मिले, मेरे माधो जी सत संगत मिले, बाबा जी ने चंगी संगत विच जोड़िया। साकत दी संगत तो वरजिया, उत्तम संगत उत्तम होवे। कह लगे चंगी संगत करेगा जीवन ऊंचाई वल जाएगा। गुण को धावे अवगुण धोवे, क्योंकि चंगी संगत विच गुण वंडे जाते ने। गुणा नूं इकट्ठा करेगा, अवगुणा नूं धो देगा, अवगुणा नूं खत्म करेगा।
ਬਿਨ ਗੁਰ ਸੇਵੈ ਸਹਿਜ ਨ ਹੋਵੈ। ਬਾਣੀ ਪੜ੍ਹੇ ਬਿਨਾ, ਜਿਵੇਂ ਦਵਾਈ ਖਾਦੇ ਬਿਨਾ ਬਿਮਾਰੀ ਨਹੀਂ ਨਾ ਜਾਂਦੀ, ਰੋਟੀ ਖਾਦੇ ਬਿਨਾ ਭੁੱਖ ਨਹੀਂ ਜਾਂਦੀ, ਪਾਣੀ ਪੀਤੇ ਬਿਨਾ ਪਿਆਸ ਨਹੀਂ ਜਾਂਦੀ, ਸਿੱਖਾ ਬਾਣੀ ਪੜ੍ਹੇ ਬਿਨਾ, ਸਹਿਜ ਪਾਠ ਕੀਤੇ ਬਿਨਾ, ਖੰਡੇ ਬਾਟੇ ਦੀ ਪੋਹ ਲੈ ਬਿਨਾ, ਅੰਮ੍ਰਿਤ ਛਕੇ ਬਿਨਾ ਕਦੇ ਵੀ ਅੰਦਰ ਦੀ ਪਿਆਸ ਨਹੀਂ ਜਾਏਗੀ, ਸਹਿਜ ਨਹੀਂ ਆਏਗਾ, ਟਿਕਾ ਨਹੀਂ ਆਏਗਾ। ਹੀਰਾ ਨਾਮ ਜਵੇਹਰ ਲਾਲ, परमात्मा का नाम हीरे जैसा कीमती, मन मोती है तिसका माल। आ मन तेरा मोती बहुत कीमती, नानक परख है नदर निहाल। तो गुरु दे कोलों ओ कैमरा, ओ दूरबीन, ओ लेंस ले ला जिहदे नाल इहनूं परख करनी। गुरु शब्द द्वारा इहदी परख कर। गुरु कृपा करन, सतगुरु पातशाह सानू सारिआं नूं सोझी बख्शण। असीं गुरबाणी शब्द द्वारा साच नाम आधार मेरा जन भुखा सब गवाइयां बना के गुरमत आसे अनुसार गुरु की कसवट्टी ते जीवन ला के अपनी परख करके ये लोक सुखीए पर लोक सुहेले, नानक हर प्रभ आपे मेले की प्राप्ति होए। सारी संगत का, प्रबंधकों का, सिंह साहिबान का बहुत बहुत धन्यवाद। धन गुरु ग्रंथ साहिब जी का कोटान कोट शुक्र। बुलाओ फतेह जी। वाहेगुरु जी का खालसा, वाहेगुरु जी की फतेह।